सतनाम श्री वाहिगुरु गुरु गरीब निवाज धन श्री गुरु ग्रंथ साहिब जियो महाराज। तू जो सजन मेंडिया देश उतार नैन महजे तरस दे कद पसे दीदार तेरे कबन कबन गुण कह गावा तो साहिब गुणी निधना तुमरी महिमा वर्णन न सको तो ठाकुर ऊंच भगवाना तुमरी महिमा वर्णन न सको तो ठाकुर ऊंच भगवाना। परम सत्कारयोग गुरु प्यारी गुरु सवारी गुरु रूप साध संगत जी आओ। महापुरख बाबा साधु सिंह जी उन्हां दे तपस्थान गुरुद्वारा सच्चा गुरुसर विखे हर पूर्णमासी का दिहाड़ा आपां रल मिल के मनाउने हैं, गुरमत दीआं सांझां पाउने हैं, सच्चे पातशाह जी दे गुणां नूं गाउने हैं। आओ अज पूर्णमासी दे दिहाड़े नूं मुख रखदे आं दो सहज पाठां दे भोग पाए गए ने। आओ थोड़ा समा आपां रल मिल के एक घंटा वड्डे कीए वडियाईयां हर जस दे नाल जुड़ना करिए। बेनती है बाहर जिहड़ियां संगतां लंगर दे विच सेवा कर रही है, ठीक है, बाकी संगतां आओ हाजरियां भरीए। महाराज सच्चे पातशाह जी दे चरनां दे नाल जुड़ीए। सारे जाने जुड़ के बैठे परमात्मा दे गुणां नूं गाउणा करिए। आओ सारे बोलियो करिए वाहिगुरु सिमरन करिए। सब तो बड़ा सच्चे पातशाह जी का जपिया होया नाम ओदा सब तो बड़ा महात्मा है। कल मैं एहो पुन गुण गोबिंद गाया सब तो बड़ा पुन है सच्चे पातशाह जी नाम जपना। वाहिगुरु 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 वाहिगुरु
सब सत्कार वाहेगुरु, तेरा सब सत्कार वाहेगुरु, तेरा सब सत्कार वाहेगुरु, तेरा सब सत्कार वाहेगुरु, तेरा सब सत्कार वाहेगुरु, 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 तेरी सब रचना 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 वाहेगुरु।
तेरा सब सदका वाहेगुरु, तेरा सब सदका वाहेगुरु, तेरा सब सदका वाहेगुरु, तेरा सब सदका वाहेगुरु, वाहेगुरु 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 वाहिगुरु वाहिगुरु बोल मना तो डोले ना, वाहिगुरु वाहिगुरु बोल मना तो डोले ना, वाहिगुरु बोल मना तो डोले ना, वाहिगुरु वाहिगुरु बोल मना तो डोले ना, वाहिगुरु वाहिगुरु बोल मना डोले ना, वाहिगुरु वाहिगुरु बोलना डोले ना, अपने औगण फूल किसे दे फूली ना,
ਵਾਹਿਗੁਰੂ 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 ਬੋਲ ਮਨਾ ਤੋਂ ਡੋਲੇ ਨਾ ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੋਂ ਡੋਲੇ ਨਾ ਗੁਰ ਬੋਲ ਮਨਾ ਤੋਂ ਡੋਲੇ ਨਾ ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੋਂ ਡੋਲੇ ਨਾ ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੋਂ ਡੋਲੇ ਨਾ ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੋਂ ਡੋਲੇ ਨਾ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ, ਜਿਤਨੀਆਂ ਵੀ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹੋ, ਸਾਰੀ ਸੰਗਤ ਕਰੋ ਰਸਨਾ ਪਵਿੱਤਰ, ਬੁਲਾਓ ਗੱਜ ਕੇ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਂਪੁਰਖਾਂ ਦੇ ਸਥਾਨ ਤੇ ਸਾਰੇ ਜੁੜ ਬੈਠੇ ਆ। ਵੱਡੇ ਕੀਆਂ ਵਡਿਆਈਆਂ ਹਰ ਜਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ, ਕਿਉਂਕਿ ਵੱਡੇ ਭਾਗਾਂ ਦੇ ਨਾਲ ਇਹ ਸਮਾਂ ਮਿਲਦਾ ਹੈ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠਣਾ। ਪਹਿਲੀ ਗੱਲ ਸਮਾਂ ਹੀ ਨਹੀਂ ਮਿਲਦਾ, ਤੇ ਦੂਸਰੀ ਗੱਲ ਤੇ ਸਮਾਂ ਮਿਲ ਗਿਆ ਮਨ ਨਹੀਂ ਮੰਨੇਗਾ। ਇੱਥੇ ਬਹਿਣਾ ਬਹੁਤ ਔਖੀ ਗੱਲ ਹੈ, ਮਨ ਮਾਰ ਕੇ ਬਹਿਣਾ ਪੈਂਦਾ, ਨਾਲੇ ਸਭ ਕੁਝ ਮਨ ਨੂੰ ਪਤਾ ਹੈ ਵੀ ਆਹੀ ਸਮਾਂ ਜਿਹੜਾ ਇਹ ਲੇਖੇ ਦੇ ਵਿੱਚ ਲੱਗਣਾ ਹੈ, ਇਸੇ ਲਈ ਪਾਰ ਲੰਘਾਉਣਾ ਹੈ, ਇਸੇ ਲਈ ਦੁੱਖਾਂ ਦੇ ਵਿੱਚ ਸਾਥ ਦੇਣਾ ਹੈ, ਤੇ ਇਸੇ ਨਾਲ ਹੀ ਸੁੱਖ ਮਿਲਣੇ ਆ, ਖੁਸ਼ੀ ਆਏਗੀ। ਪਰ ਫਿਰ ਵੀ ਪਤਾ ਨਹੀਂ ਕਿਉਂ ਬੰਦਾ ਹਰਦਮ ਭੱਜੇ ਹੀ ਫਿਰਦਾ ਹੈ, ਮੇਰੇ ਕੋਲੇ ਤੇ ਸਮਾਂ ਹੀ ਨਹੀਂ ਜੀ, ਮੈਨੂੰ ਤੇ ਹੋਰ ਬੜੇ ਜ਼ਰੂਰੀ ਕੰਮ ਨੇ। ਹੁਣ ਪੁੱਛਣ ਵਾਲਾ ਹੋਵੇ ਵੀ ਇਦੋਂ ਜ਼ਰੂਰੀ ਕੀ ਹੈ? ਮਹਾਰਾਜ ਕਹਿੰਦੇ ਅਵਰ ਕਾਜ ਤੇਰਾ ਕੀਤਾ ਨਾ ਕਾਮ, ਆ ਹੋਰ ਕੰਮ ਕਿਸੇ ਕੰਮ ਨਹੀਂ ਆਉਣੇ। ਕੀ ਕੰਮ ਆਏਗਾ? ਮਿਲ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਿਆ ਹੀ ਕੰਮ ਆਏਗਾ। ਤੇ ਨਾਮ ਬਿਨਾ ਫਿਰ ਬੰਦਾ ਧਰਤੀ ਤੇ ਭਾਰ ਹੈ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਬਿਸਰਿਆ ਜਨ ਨਾਮ ਸੇ ਭੋਏ ਭਾਰਤੀ। ਕਿ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਵਿਸਰ ਗਿਆ ਨਾ, ਉਹ ਧਰਤੀ ਦੇ ਉੱਤੇ ਭਾਰ ਹੈ, ਬੋਝ। ਧਰਤੀ ਵੀ ਉਹ ਭਾਰ ਚੱਕਣ ਨੂੰ ਤਿਆਰ ਨਹੀਂ। ਤੇ ਜਿਹੜਾ ਬੰਦਾ ਨਾਮ ਨਾਲ ਜੁੜਿਆ, ਭਾਵੇਂ ਕਿਸੇ ਵੀ ਕਿੱਤੇ ਦੇ ਵਿੱਚ ਕੰਮ ਕਰਦਾ ਹੈ, ਕਿਸੇ ਫੀਲਡ ਦੇ ਵਿੱਚ ਕੰਮ ਕਰਦਾ ਬੰਦਾ, ਸਿਮਰਨ ਨਾਲ ਜੁੜਿਆ, ਸੇਵਾ ਨਾਲ ਜੁੜਿਆ, ਲੋਕ ਭਲਾਈ ਨਾਲ ਜੁੜਿਆ, ਤੇ ਫਿਰ ਉਹਦਾ ਆਇਆ ਹੋਇਆ ਪ੍ਰਵਾਨ। ਸੋ ਇਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਬਹਿਣਾ ਚਾਹੀਦਾ ਹੈ। ਜਦੋਂ ਸਮਾਂ ਮਿਲੇ ਜੁੜ ਕੇ ਬੈਠੀਏ। ਪਰ ਬੜੀ ਵਾਰ ਵੇਖਿਆ ਵੀ ਬਹੁਤੇ ਨਾ ਗੁਰਦੁਆਰਾ ਸਾਹਿਬ ਵੀ ਆ ਜਾਣਗੇ, ਪਰ ਫਿਰ ਇੱਥੇ ਵੀ ਉਹਨਾਂ ਨੇ ਘਰ ਵਾਲੀਆਂ ਜਿਹੜੀਆਂ ਗੱਲਾਂ ਨਾ ਉਹ ਨਹੀਂ ਛੱਡਣੀਆਂ। ਨਿੰਦਿਆ, ਚੁਗਲੀ, ਬਸ ਆਉਣ ਸਾਰ ਆਹੀ ਗੱਲ ਪੁੱਛਣੀ ਆ, ਫਲਾਣੇ ਦਾ ਕੀ ਹਾਲ ਹੈ। ਤੇ ਪੁੱਛਣ ਵਾਲਾ ਹੋਵੇ ਭੜਿਆ ਫਲਾਣੇ ਦੀ ਛੱਡ, ਤੂੰ ਆਪ ਦੇ ਬਾਰੇ ਸੋਚ, ਤੇਰਾ ਕੀ ਬਣੇਗਾ। ਇੱਥੇ ਵੀ ਬਹੁਤੇ ਬਸ ਫਿਰ ਘਰੋਂ ਵੀ ਸਮਾਂ ਖਰਾਬ ਕਰਦੇ ਆ, ਤੇ ਫਿਰ ਇੱਥੇ ਵੀ ਖਾਲੀ ਆਏ, ਜਿਹੋ ਜੇ ਨਾ ਆਏ ਉਦਾਂ ਹੀ ਮੁੜ ਜਾਂਦੇ ਆ, ਭਾਰ ਚੜਾ ਕੇ ਮੁੜ ਜਾਂਦੇ ਆ। ਨਿੰਦਿਆ ਇੱਕ ਦੂਸਰੇ ਤੇ, ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ। ਮਹਾਰਾਜ ਕਹਿੰਦੇ ਭਾਈ ਨਿੰਦਿਆ ਨਾ ਜਿਹੜੀ,
ਚਾਹੇ ਤਕੜੇ ਦੀ ਕਰ ਲੋ ਮਾੜੇ ਦੀ ਕਰ ਲੋ, ਇਹ ਸਾਰਿਆਂ ਦੀ ਹੀ ਮਾੜੀ ਹੈ। ਕੌਣ ਕਰਦੇ ਨੇ? ਮਨਮੁਖ ਬੰਦੇ, ਮਨਮੁਖ ਮੁਗਧ, ਮੁਗਧ ਦਾ ਮਤਲਬ ਗਧੇ ਬੰਦੇ, ਅਗਿਆਨੀ ਬੰਦੇ, ਉਹ ਬੰਦੇ ਕਰਦੇ ਨੇ। ਤੇ ਹੁਣ ਫਿਰ ਆਪਾਂ ਕੀ ਹੈ, ਆਪਣੇ ਆਪ ਨੂੰ ਕਹਾਉਣੇ ਆ ਬੜੇ ਸਿਆਣੇ, ਬੜੇ ਵਧੀਆ, ਕਿ ਮੇਰੇ ਨਾਲ ਦਾ ਤੇ ਪੂਰੇ ਪਰਿਵਾਰ 'ਚ ਨਹੀਂ ਕੋਈ, ਇਲਾਕੇ 'ਚ ਕੋਈ ਨਹੀਂ, ਪਰ ਫਿਰ ਨਿੰਦਿਆ। ਸੋ ਸੰਗਤ ਜੀ, ਇਹ ਨਿੰਦਿਆ ਮਾੜੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਹੈ ਦੇਖਣ ਨੂੰ ਹੀ ਬੰਦਾ ਲੱਗ ਰਿਹਾ, ਪਰ ਕੰਮ ਪਸ਼ੂਆਂ ਵਾਲੇ ਕਰਦਾ ਹੈ। ਕਿਹਨੂੰ ਕਿਹਾ? ਜਿਹੜਾ ਬੰਦਾ ਇਦਾਂ ਦੇ ਭੈੜੇ ਭੈੜੇ ਕੰਮ ਕਰਦਾ ਹੈ ਬੰਦਾ, ਪਰ ਜੂਨੀਆਂ ਹੋਰ ਨੇ। ਹੁਣ ਇੱਕ ਬੰਦਾ ਸਾਰੀ ਦਿਹਾੜੀ ਪਿੰਡ ਦੇ ਵਿੱਚ ਕੁਝ ਨਾ ਕੁਝ ਕਹਿੰਦੇ ਬੋਲਦੇ ਹੀ ਫਿਰਦਾ ਰਹੇਗਾ, ਹੈ ਬੰਦਾ, ਪਰ ਆਦਤਾਂ ਕਿਹਦੇ ਵਾਲੀਆਂ? ਕੁੱਤਿਆਂ ਵਾਲੀਆਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਏਦਾਂ ਹੀ ਹੋਰ ਬੜੇ ਨੇ, ਵਿੱਚ ਬੰਦੇ ਹੁੰਦੇ ਆ ਸਾਰੀ ਦਿਹਾੜੀ ਬਸ ਉਹਨਾਂ ਨੇ ਭਾਰ ਹੀ ਢੋਈ ਜਾਣਾ, ਗਧਿਆਂ ਵਾਲਾ ਕੰਮ। ਤੇ ਵਿੱਚ ਬੰਦਿਆਂ ਨੇ ਇੰਨਾ ਕੁ ਲਾਲਚ ਵੱਧ ਜਾਂਦਾ ਹੈ ਵੀ ਬਸ ਮਾਇਆ ਮਾਇਆ ਮਾਇਆ, ਸਾਰੀ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ ਹੈ। ਤੇ ਉਹਦੀਆਂ ਫਿਰ ਆਦਤਾਂ ਸੱਪ ਵਾਲੀਆਂ। ਸੋ ਇਸ ਕਰਕੇ ਮਹਾਰਾਜ ਜੀ ਨੇ ਬੰਦੇ ਬਣਾ ਕੇ ਭੇਜਿਆ, ਤੇ ਬੰਦੇ ਬਣ ਕੇ ਰਹੀਏ। ਬੰਦਿਆਂ ਵਾਲੀਆਂ ਆਦਤਾਂ ਬਣਾਈਆਂ। ਅਨਿੰਦਿਆ ਚੁਗਲੀ, ਲੋਕਾਂ ਦੀਆਂ ਟੈਨਸ਼ਨਾਂ ਛੱਡੋ, ਆਪਦੇ ਬਾਰੇ ਸੋਚੋ, ਆਪਦੇ ਬਾਰੇ ਕਿ ਆਪਣਾ ਕੀ ਬਣੇਗਾ। ਆਉਣ ਵਾਲਾ ਸਮਾਂ ਵੇਖੋ ਕਿੰਨਾ ਭਿਆਨਕ ਹੈ। ਆਪਾਂ ਕਰਦੇ ਹਾਂ ਗੱਲ ਅੱਗੇ ਸਰਕਾਰਾਂ ਦੀ, ਸਾਰਾ ਮੁਲਕ ਤੇ ਸੜਕਾਂ ਤੇ ਬੈਠਾ ਹੈ, ਆਪਾਂ ਦੂਜਿਆਂ ਦੀ ਸੋਚੀ ਜਾਂਦੇ ਆ, ਫਲਾਨਾ ਇਦਾਂ ਦਾ, ਫਲਾਨਾ ਇਦਾਂ ਦਾ। ਪਸ਼ੂਆਂ ਵਾਲੇ ਕੰਮ ਮਨੁੱਖਾਂ ਵਾਲੇ ਕਰੀਏ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੀਏ, ਸੇਵਾ ਨਾਲ ਜੁੜੀਏ, ਸਿਮਰਨ ਦੇ ਨਾਲ ਜੁੜੀਏ। ਸੇਵਾ ਤੋਂ ਬਿਨਾ ਕੁਝ ਵੀ ਨਹੀਂ, ਸਿਮਰਨ ਤੋਂ ਬਿਨਾ ਤੇ ਬੰਦਾ ਹੈ ਹੀ ਕੱਖ ਦਾ ਨਹੀਂ। ਜਿਹੜੇ ਘਰ ਦੇ ਵਿੱਚ ਸਿਮਰਨ ਹੁੰਦਾ ਨਾ, ਉਸ ਘਰ ਦੇ ਵਿੱਚ ਬਰਕਤਾਂ ਹੀ ਬਰਕਤਾਂ ਨੇ। ਤੇ ਜਿਹੜੇ ਘਰ ਦੇ ਵਿੱਚ ਸਿਮਰ ਨਹੀਂ, ਬਾਣੀ ਨਹੀਂ ਪੜ੍ਹੀ ਜਾਂਦੀ, ਉੱਥੇ ਫਿਰ ਪਤਾ ਹੀ ਹੈ, ਸਿੱਧਾ ਕੰਮ ਕਰੋ ਪੁੱਠੇ ਹੀ ਹੁੰਦੇ ਨੇ। ਜਿੱਥੇ ਨਸ਼ਾ ਹੈ ਉੱਥੇ ਫਿਰ ਨਾਲ ਲੜਾਈਆਂ ਆ ਜਾਂਦੀਆਂ ਨੇ, ਕਲੇਸ਼, ਫਿਰ ਭੈੜੇ ਭੈੜੇ ਗੁਣ ਪੈਦਾ ਹੋਈ ਜਾਂਦੇ ਨੇ। ਜਿਸ ਘਰ ਦੇ ਵਿੱਚ ਗੁਰਬਾਣੀ ਭਾਵੇਂ ਕੋਈ ਬੀਬੀ ਪੜ੍ਹਦੀ ਹੈ, ਭਾਵੇਂ ਬੱਚਾ ਪੜ੍ਹਦਾ, ਭਾਈ ਪੜ੍ਹਦਾ, ਫਿਰ ਇੱਕ ਨਾ ਇੱਕ ਦਿਨ ਜ਼ਰੂਰ ਸਿੱਖੀ ਦਾ ਬੂਟਾ ਪ੍ਰਫੁੱਲਤ ਹੋਏਗਾ। ਜ਼ਰੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਬਾਣੀ ਦੇ ਨਾਲ ਜੁੜੀਏ, ਸੇਵਾ ਦੇ ਨਾਲ ਜੁੜੀਏ, ਸਿਮਰਨ ਦੇ ਨਾਲ ਜੁੜੀਏ। ਕਰਕੇ ਕੋਈ ਵੇਖ ਲੋ, ਸੇਵਾ ਨੂੰ ਲੱਗਦਾ ਮੇਵਾ। 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 ਕਰਕੇ ਕੋਈ ਦੇਖ ਲੋ, ਸੇਵਾ ਨੂੰ ਲੱਗਦਾ ਮੇਵਾ। ਕਰਕੇ ਕੋਈ ਦੇਖ ਲੋ, ਸੇਵਾ ਨੂੰ ਲੱਗਦਾ ਮੇਵਾ। ਕਰਕੇ ਕੋਈ ਵੇਖ ਲੋ, ਸੇਵਾ ਨੂੰ ਲੱਗਦਾ ਮੇਵਾ। ਕਰਕੇ ਕੋਈ ਵੇਖ ਲੋ, ਸੇਵਾ ਨੂੰ ਲੱਗਦਾ ਮੇਵਾ। ਕਰਕੇ ਕੋਈ ਦੇਖ 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 ਲੋ,
ਸੇਵਾ ਨੂੰ ਲੱਗਦਾ ਮੇਵਾ। ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ। ਬੇਨਤੀ ਹੈ ਗ੍ਰੰਥੀ ਸਿੰਘ ਕਿੱਥੇ ਹੈ? ਕਿ ਆਵਾਜ਼ ਸਹੀ ਕਰ ਦਿਓ ਦਰਬਾਰ ਸਾਹਿਬ ਦੇ ਵਿੱਚ ਆ ਕੇ, ਕਿਤੇ ਨਾ ਕਿਤੇ ਕੋਈ ਫਰਕ ਹੈ। ਸੋ ਮੈਂ ਬੇਨਤੀ ਕਰਦਾ ਸੀ ਵੀ ਸੇਵਾ ਕਰੀਏ, ਸਿਮਰਨ ਕਰੀਏ। ਭਾਈ ਸੁਖਚੈਨ ਸਿੰਘ ਨੂੰ ਬੇਨਤੀ ਹੈ ਵੀ ਭਾਈ ਦਰਬਾਰ ਸਾਹਿਬ ਦੇ ਵਿੱਚ ਆ ਜਾ। ਆਵਾਜ਼ ਹੈ ਨਾ ਜਿਹੜੀ ਸਾਰੀ, ਇਹਨੂੰ ਸਹੀ ਕਰਦੇ, ਕਿਤੇ ਨਾ ਕਿਤੇ ਕੋਈ ਫਰਕ। ਸੋ ਬੇਨਤੀ ਕਰਦਾ ਸੀ ਸੇਵਾ ਨਾਲ, ਸਿਮਰਨ ਦੇ ਨਾਲ ਜਿਹੜਾ ਬੰਦਾ ਜੁੜੇ ਹੈ। ਜੇ ਆਪਾਂ ਟੁੱਟੇ ਆ ਨਾ ਸੇਵਾ ਦੇ ਨਾਲ, ਸੇਵਾ ਨਾਲ, ਸਿਮਰਨ ਨਾਲ ਜੇ ਜੁੜੇ ਆ ਨਾ, ਫਿਰ ਨਹੀਂ ਕਿਸੇ ਗੱਲ ਦੀ ਕਾਟ। ਸੋ ਮਹਾਰਾਜ ਜੀ ਮਿਹਰ ਕਰ ਦਿੰਦੇ ਨੇ। ਆ ਵੇਖੋ ਹੁਣ ਕਿੰਨਾ ਰੌਲਾ ਪਿਆ ਹੋਇਆ ਹੈ ਪੂਰੀ ਦੁਨੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਪਹਿਲੇ ਕਿਹਾ ਸੀ ਬਚੇਗਾ ਉਹੀ ਭਾਈ ਜਿਹੜਾ ਸੇਵਾ ਨਾਲ ਜੁੜਿਆ, ਜਿਹੜਾ ਸਿਮਰਨ ਦੇ ਨਾਲ ਜੁੜਿਆ। ਆ ਵੇਖੋ ਪਹਿਲਾਂ ਕਰੋਨਾ ਦਾ ਕਿੰਨਾ ਜ਼ਿਆਦਾ ਆਪਣੇ ਮਨਾਂ ਦੇ ਵਿੱਚ ਹਊਆ ਪਾਇਆ ਕਿ ਅੱਜ ਫਲਾਨੀ ਜਗ੍ਹਾ ਜੀ ਇੰਨੇ ਜਾਣਿਆਂ ਨੂੰ ਹੋ ਗਿਆ, ਫਲਾਨੀ ਜਗ੍ਹਾ ਇੰਨੇ ਜਾਣਿਆਂ ਨੂੰ ਹੋ ਗਿਆ। ਇੱਕ ਗੱਲ ਧਿਆਨ ਦਿਓ ਵੀ ਆਪਾਂ ਕਿੰਨੇ ਬੈਠੇ ਆ ਦਰਬਾਰ ਸਾਹਿਬ ਦੇ ਵਿੱਚ। ਨਗਰ ਹੰਡਿਆਇਆ ਬਹੁਤ ਵੱਡਾ ਨਗਰ ਹੈ ਤੇ ਇਹਦੇ ਆਲੇ ਦਾਲੇ ਪਿੰਡਾਂ ਦੇ ਵਿੱਚ, ਰਿਸ਼ਤੇਦਾਰੀਆਂ ਦੇ ਵਿੱਚ ਅੱਜ ਤੱਕ ਕਿਸੇ ਨੇ ਸੁਣਿਆ ਵੀ ਫਲਾਨਾ ਬੰਦਾ ਕਰੋਨਾ ਨਾਲ ਸਾਰਾ ਪਰਿਵਾਰ ਚੜ੍ਹਾਈ ਕਰ ਗਿਆ? ਨਹੀਂ ਨਹੀਂ, ਇਹ ਸਭ ਸਰਕਾਰਾਂ ਦੀਆਂ ਨੀਤੀਆਂ ਤੇ ਉਹਦੇ ਸਿੱਟੇ ਹੁਣ ਨਿਕਲ ਹੀ ਰਹੇ ਆ। ਆਪਾਂ ਬਸ ਸੜਕਾਂ ਤੇ ਬੈਠੇ, ਅੱਜ ਵੀ ਕਿਸਾਨ ਭਰਾ ਸਾਡੇ ਕਿ ਇਦਾਂ ਦੇ ਬਿੱਲ ਪਾਸ ਕਰਤੇ ਵੀ ਆਪਾਂ ਸੋਚ ਹੀ ਨਹੀਂ ਸਕਦੇ। ਉਹਦਾ ਕਾਰਨ ਕੀ ਕਿ ਸਿੱਖਾਂ ਦੀ ਜਿਹੜੀ ਕੌਮ, ਪੰਜਾਬੀਆਂ ਦੀ ਨਾ ਜੰਝਾਰੂ ਕੌਮ ਸੀ ਤੇ ਇਹਨੂੰ ਸਾਰੀਆਂ ਸਰਕਾਰਾਂ ਫਿਰ ਜਿੰਨੀਆਂ ਵੀ ਆਈਆਂ ਨੇ ਅਬਦਾਲੀ ਵੇਲੇ ਤੋਂ ਲੈ ਕੇ ਅੱਜ ਦੀ ਗੱਲ ਛੱਡੋ, ਅਬਦਾਲੀ ਤੋਂ ਲੈ ਕੇ ਔਰੰਗਜ਼ੇਬ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਕੀ ਝਗੜਾ ਸੀ? ਕਿਹੜਾ ਕੋਈ ਜ਼ਮੀਨ ਦਾ ਝਗੜਾ ਸੀ? ਬਸ ਸਿੱਖਾਂ ਦੀ ਚੜ੍ਹਾਈ ਨਹੀਂ ਸੀ ਜਰੀ। ਸਿੱਖਾਂ ਵੱਲ ਵੇਖ ਵੇਖ ਹੀ ਬਸ ਮਨ ਦੇ ਵਿੱਚ ਤਕਲੀਫ ਆਈ ਜਾਂਦੀ ਸੀ। ਤੇ ਉਦੋਂ ਤੋਂ ਲੈ ਕੇ ਫਿਰ ਹੁਣ ਤੱਕ ਤੇ ਜਿੱਥੇ ਸਿੱਖ ਕੌਮ ਦੇ ਵਿੱਚ ਵਾਧਾ ਹੋਇਆ ਤੇ ਉਹ ਵਿਰੋਧੀਆਂ ਦੇ ਧੀਆਂ ਪੁੱਤਰ ਵੀ ਨਾਲ ਹੀ ਤੁਰੇ ਆਉਂਦੇ ਨੇ। ਪਰ ਅਫਸੋਸ ਵੀ ਆਪਾਂ ਪਛਾਣ ਹੀ ਨਹੀਂ ਸਕੇ ਵੀ ਕਿਹੜੇ ਆਪਣੇ ਆ, ਕਿਹੜੇ ਅਸਲੀ ਸਿੱਖ ਨੇ ਤੇ ਕਿਹੜੇ ਵਿੱਚ ਨਕਲੀ ਵੀ ਨੇ, ਕਿਹੜੇ ਆਪਣੇ ਨੇ ਕਿਹੜੇ ਵਿਗੜਦੇ ਨੇ। ਪਰ ਪਤਾ ਨਹੀਂ ਦਿੱਲੀ ਵਾਲਿਆਂ ਨੂੰ ਵੀ ਇਹ ਜਿਹੜੀ ਕੌਮ ਹੈ ਨਾ, ਸਿੱਖ ਕੌਮ, ਇਹ ਤੇ ਗਿਣਵੇਂ ਰਹਿ ਗਏ ਸੀ, ਗਿਣਵੇਂ। ਬਾਬਾ ਗਰਜਾ ਸਿੰਘ, ਬੋਤਾ ਸਿੰਘ ਵੇਲੇ ਗਿਣਵੇਂ ਹੀ ਰਹਿ ਗਏ ਸੀ। ਉਦੋਂ ਨਹੀਂ ਖਤਮ ਹੋਏ। ਮੱਸੇ ਰੰਗੜ ਨੇ ਬੜਾ ਜ਼ੋਰ ਲਾਇਆ, ਉਦੋਂ ਨਹੀਂ ਖਤਮ ਹੋਏ। ਹੁਣ ਤੇ ਕਰੋੜਾਂ ਦੇ ਵਿੱਚ ਹੈ, ਹੁਣ ਨਹੀਂ ਮਰਨਾ, ਹੁਣ ਨਹੀਂ ਇਹ ਚੁੱਕਣੇ। ਆ ਜਿਹੜੇ ਬਿੱਲ ਆਪਣੇ ਪਾਸ ਕਰ ਰਹੇ ਆ ਨਾ, ਇਹ ਯੂਪੀ ਬਿਹਾਰ ਦੇ ਵਿੱਚ ਬਹੁਤ ਸਮਾਂ ਪਹਿਲਾਂ ਪਾਸ ਕੀਤੇ। ਕਿਉਂਕਿ ਮੈਂ ਜਾਂਦਾ ਰਹਿਣਾ ਯੂਪੀ, ਉੱਥੇ ਮਹਾਂਪੁਰਖਾਂ ਦਾ ਸਥਾਨ ਹੈ ਹਰਦੋਈ ਡਿਸਟ੍ਰਿਕਟ ਦੇ ਵਿੱਚ, ਜ਼ਿਲ੍ਹਾ ਹਰਦੋਈ। ਲਖਨਊ ਤੋਂ 80 ਕਿਲੋਮੀਟਰ ਇਹ ਪਹਿਲਾਂ ਪੈਂਦਾ ਇਹ ਜ਼ਿਲ੍ਹਾ। ਪਹਿਲਾ ਜ਼ਿਲ੍ਹਾ ਹਰਦੋਈ, ਬਾਅਦ ਦੇ ਵਿੱਚ ਲਖਨਊ। ਉੱਥੇ ਤੇ ਪਹਿਲੇ ਹੀ ਕਿਸਾਨਾਂ ਦਾ ਬੁਰਾ ਹਾਲ ਹੈ। ਜਿਸ ਤਰ੍ਹਾਂ ਆਪਣੇ 18-1900 ਝੋਨੇ ਦਾ ਰੇਟ ਹੈ ਨਾ, ਤੇ ਉੱਥੇ 14-1500 ਨੂੰ ਵਿਕਦਾ। ਪ੍ਰਾਈਵੇਟ ਆੜਤੀਆ ਹੈ ਹੀ ਨਹੀਂ, ਸਰਕਾਰੀ ਖਰੀਦ ਹੀ ਹੈ ਨਹੀਂ।
ਉੱਥੇ ਕੀ ਕਰਦੇ ਆ, ਵੱਡੇ ਵੱਡੇ ਲੋਕ ਨੇ ਜਿਹੜੇ, ਜਿਵੇਂ 2 ਜਾਣੇ 3 ਜਾਣੇ 4 ਜਾਣਿਆਂ ਨੇ ਮੰਡੀ ਤੇ ਕਬਜ਼ਾ ਕੀਤਾ, ਬਸ ਆਪਣਾ ਰੇਟ ਹੈ, ਫਸਲ ਖਰੀਦੀ, ਸਟੋਰ ਕੀਤੀ ਤੇ ਸਰਕਾਰ ਨੂੰ ਆਪ ਵੇਚਦੀ। ਹੁਣ ਇਹ ਗੱਲਾਂ ਵੱਡਿਆਂ ਨੂੰ ਕੌਣ ਸਮਝਾਵੇ ਵੀ ਥੱਲੇ ਆ ਕੁਝ ਹੁੰਦਾ ਹੈ। ਹੁਣ ਜੇ ਕਹੀਏ ਵੀ ਮੋਦੀ ਤੇ ਸੋਨੀਆ ਗਾਂਧੀ ਨੂੰ ਕੀ ਪਤਾ ਵੀ ਗਰੀਬੀ ਕੀ ਹੁੰਦੀ ਹੈ, ਗਰੀਬ ਕਿੱਥੇ ਵਸਦੇ ਨੇ, ਉਹ ਕਿਹੜੇ ਘਰਾਂ ਦੇ ਵਿੱਚ ਰਹਿੰਦੇ ਨੇ, ਕੀ ਖਾਂਦੇ ਨੇ, ਨਹੀਂ ਪਤਾ। ਇਹ ਤੇ ਉਹਨੂੰ ਪਤਾ ਜਿਹੜਾ ਜ਼ਿੰਦਗੀ ਗੁਜ਼ਾਰ ਰਿਹਾ ਹੈ, ਜਿਹੜਾ 2 ਕਿੱਲਿਆਂ ਵਾਲਾ, 3 ਕਿੱਲਿਆਂ ਵਾਲਾ, 5 ਕਿੱਲਿਆਂ ਤੱਕ ਕਿਸਾਨ ਹੈ ਨਾ। ਮੈਂ ਅੱਜ ਸਵੇਰੇ ਵੀ ਗੱਲਾਂ ਕਰਦਾ ਸੀ ਵੀ ਉਹ ਕੁਝ ਨਹੀਂ ਕਰ ਸਕਦਾ। ਜੇ ਬਹੁਤ ਸੰਜਮ ਨਾਲ ਚੱਲੇਗਾ ਨਾ, ਸੰਕੋਚ ਨਾਲ ਚੱਲੇਗਾ, ਤਾਂ ਸਿਰਫ ਬੱਚੇ ਹੀ ਪੜ੍ਹਾ ਸਕਦਾ ਹੈ। ਇੰਨੀਆਂ ਫੀਸਾਂ ਵੇਖੋ, ਧਰਨੇ ਲੱਗ ਰਹੇ ਨੇ, ਆਪਣੇ ਕੋਲੇ 2-3 ਸਕੂਲ ਨੇ, ਡੇਲੀ ਧਰਨਾ ਲੱਗਦਾ ਹੈ। ਬੱਚੇ ਘਰ ਬੈਠੇ ਆ 5-6 ਮਹੀਨਿਆਂ ਤੋਂ, ਤੇ ਸਾਰੀਆਂ ਫੀਸਾਂ ਉਹ ਕਹਿੰਦੇ ਜਮ੍ਹਾਂ ਕਰਾ ਚੋ। ਇਹ ਕਦੇ ਹੋਇਆ ਵੀ ਬਿਨਾਂ ਕੰਮ ਤੋਂ ਪੈਸੇ? ਹੁਣ ਹੋ ਰਿਹਾ। ਬੱਚੇ ਘਰ ਬੈਠੇ ਨੇ, ਆ ਸਾਰਿਆਂ ਦੇ ਬੱਚੇ ਆ, ਤੁਸੀਂ ਵੇਖ ਲਿਓ ਵੀ ਪਹਿਲਾਂ ਨਾਲੋਂ ਕਿੰਨੇ ਵਿਗੜ ਗਏ, ਸ਼ਰਾਰਤਾਂ ਕਿੰਨੀਆਂ ਜ਼ਿਆਦਾ ਕਰਨ ਲੱਗ ਗਏ, ਪੜ੍ਹਾਈ ਦੇ ਵਿੱਚ ਨਲਾਇਕ ਹੋ ਗਏ। ਇਹੀ ਕੁਝ ਚਾਹੁੰਦੀਆਂ ਸੀ ਸਰਕਾਰ ਵੀ ਇਹ ਲੋਕਾਂ ਨੂੰ ਸਭ ਤੋਂ ਪਹਿਲਾਂ ਤੇ ਪੜ੍ਹਾਈ ਕਰਨੀਓ ਮਾਰ ਦਿੱਤੀ ਜਾਏ। ਪੰਜਾਬ ਦੇ ਵਿੱਚ ਕੋਈ ਬੱਚਾ ਨਹੀਂ ਹੋਏਗਾ ਜਿਹੜਾ IPS ਕਲੀਅਰ ਕਰ ਲੇ, IAS IPS ਵੱਡਾ ਡਾਕਟਰ ਬਣੇ, ਬਹੁਤ ਲੱਖਾਂ ਦੇ ਵਿੱਚੋਂ ਇੱਕ ਹੈ। ਸੋ ਇਹੀ ਕੁਝ ਸਰਕਾਰਾਂ ਚਾਹੁੰਦੀਆਂ ਸੀ। ਗਰੀਬੀ ਇੱਕ ਬਹੁਤ ਵੱਡੀ ਚਿੰਤਾ, ਬਹੁਤ ਵੱਡਾ ਇੱਕ ਵਿਸ਼ਾ ਹੈ। ਇਹ ਜਿਹੜਾ ਬੰਦਾ ਗਰੀਬ ਹੈ ਨਾ, ਕੋਈ ਇਹ ਨਹੀਂ ਵੀ SC-BC ਕਾਸਟ ਦੇ ਵਿੱਚੋਂ ਹੀ ਬੰਦਾ ਗਰੀਬ ਹੋਏਗਾ। ਆ ਲਾਕਡਾਊਨ ਦੇ ਵਿੱਚ ਵੇਖਿਆ ਵੀ ਬੜੇ ਮਹਾਜਨ, ਜਿਨ੍ਹਾਂ ਦੀਆਂ ਛੋਟੀਆਂ-ਮੋਟੀਆਂ ਦੁਕਾਨਾਂ ਚੱਲਦੀਆਂ ਸੀ, ਮੰਨ ਲਓ ਕੋਈ 200-400 ਦੁਕਾਨ ਤੋਂ ਕਮਾਉਂਦਾ ਸੀ, ਉਸੇ ਨਾਲ ਗੁਜ਼ਾਰਾ ਚੱਲਦਾ ਸੀ, ਉਹ ਖੜ ਗਿਆ ਸਿਸਟਮ। ਕਿੱਥੇ ਜਾਏਗਾ ਬਈ? ਹੁਣ ਆਮ ਇੱਕ ਅਤੀ ਗਰੀਬ ਬੰਦਾ ਤੇ ਮੰਗ ਕੇ ਵੀ ਖਾ ਲੇਗਾ। ਹੁਣ ਜਿਹੜਾ 1 ਕਿੱਲੇ ਜਾਂ 2 ਕਿੱਲੇ ਵਾਲਾ ਕਿਸਾਨ ਹੈ, ਕਿੱਥੇ ਜਾਏਗਾ? ਸੋ ਇਦਾਂ ਦੇ ਬਹੁਤ ਨੇ ਜਿਹੜੇ ਮਿਡਲ ਕਲਾਸ, ਜਰਨਲ ਕੈਟਾਗਰੀ ਦੇ, ਨਾ ਤੇ ਉਹ ਮੰਗ ਸਕਦੇ ਆ, ਨਾ ਕਿਤੇ ਜਾ ਸਕਦੇ ਆ। ਛੋਟਾ ਮੋਟਾ ਕਾਰੋਬਾਰ ਉਹ ਸਰਕਾਰਾਂ ਨੇ ਠੱਪ ਕਰਤਾ, ਤੇ ਫਿਰ ਕੀ ਹੁੰਦਾ ਹੈ? ਤੇ ਫਿਰ ਬੰਦਾ ਟੈਨਸ਼ਨ ਦੇ ਵਿੱਚ ਖੁਦਕੁਸ਼ੀਆਂ ਕਿਉਂ ਨਾ ਕਰੇ। ਘਰ ਦੇ ਵਿੱਚ 20 ਸਾਲ ਦੀ ਧੀ ਹੈ, ਪੈਸਾ ਕੋਲ ਇੱਕ ਨਹੀਂ, ਕਿੱਧਰ ਨੂੰ ਜਾਏਗਾ? ਸਾਰੀ ਰਾਤ ਬੰਦੇ ਦੀ ਸੋਚਦੇ ਦੀ ਲੰਘ ਜਾਂਦੀ ਹੈ। ਸਾਰੀ ਰਾਤ ਵੀ ਕਿੱਥੋਂ ਪੈਸਾ ਲਿਆਵਾਂਗੇ, ਕਿੱਦਾਂ ਵਿਆਹ ਕਰਾਂਗੇ। ਇਹ ਕਦੇ ਦੇਖਿਓ ਵੀ ਜਿਹੜੇ ਧੀਆਂ ਵਾਲੇ ਆ ਨਾ, ਉਹਨਾਂ ਤੋਂ ਪੁੱਛਿਓ ਵੀ ਕਿੱਡੇ ਕਿੱਡੇ ਦੁੱਖ ਨੇ। ਉਹਨਾਂ ਤੋਂ ਭਾਵੇਂ ਪੈਰਾਂ ਦੇ ਵਿੱਚ ਪੱਗ ਧਰਾ ਲਏ ਕੋਈ, ਅਗਲਾ ਕਹਿੰਦਾ ਮੇਰਾ ਬਸ ਆ ਕਾਰਜ ਹੋ ਜੇ। ਬਹੁਤੇ ਇਦਾਂ ਦੇ ਆ, ਫਿਰ ਘਰ-ਬਾਰ ਵੀ ਵੇਚ ਦਿੰਦੇ ਆ ਵੀ ਕਿਰਾਏ ਤੇ ਰਹਿ ਪਾਂਗੇ, ਪਰ ਧੀ ਤੇ ਵਿਆਹੁਣੀ ਹੀ ਪਏਗੀ ਨਾ। ਇੱਕ ਆਪਣੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਲਾਨਤ ਫਿਰ ਦਾਜ। ਧੀ ਲਈ ਕੋਈ ਰਿਸ਼ਤਾ ਦੇਖਣ ਜਾਂਦਾ ਤੇ ਸਭ ਤੋਂ ਪਹਿਲਾਂ ਫਿਰ ਹਰ ਇੱਕ ਬੰਦਾ ਇਹੀ ਪੁੱਛਦਾ ਵੀ ਤੁਹਾਡੀ ਡਿਮਾਂਡ, ਮੰਗ ਕੀ ਹੈ। ਪਰਮਾਤਮਾ ਤੋਂ ਨਹੀਂ ਮੰਗਦਾ ਬੰਦਾ, ਬੰਦਿਆਂ ਤੋਂ ਮੰਗਣ ਲੱਗ ਗਿਆ। ਇਹ ਘਾਟਾਂ ਆਪਣੇ ਵਿੱਚ ਹੈ ਜਿਹੜੀਆਂ ਮੈਂ ਗੱਲਾਂ ਕਰ ਰਿਹਾ, ਕਿਉਂਕਿ ਜੇ ਗੁਰਬਾਣੀ ਪੜ੍ਹੀ ਹੁੰਦੀ ਨਾ, ਫਿਰ ਨਹੀਂ ਸੀ ਮਨ ਵਿੱਚ ਖਿਆਲ ਆਉਣਾ। ਫਿਰ ਤੇ ਇਹ ਸੀ ਵੀ ਉਹਦੀ ਧੀ ਤੇ ਮੇਰੀ ਧੀ ਇੱਕ ਬਰਾਬਰ ਹੀ ਹੈ। ਅੱਜ ਵੇਖੋ ਅਦਾਲਤਾਂ ਦੇ ਵਿੱਚ ਕਿੰਨੇ ਕੇਸ ਚੱਲ ਰਹੇ ਨੇ, ਤਲਾਕ ਦੇ ਕੇਸ।
ਉਹਦਾ ਕਾਰਨ ਵੀ ਇਹੋ ਹੀ ਹੈ। ਧੀ ਨੇ ਗੁਰਬਾਣੀ ਪੜ੍ਹੀ ਹੁੰਦੀ ਤੇ ਉਹਨੇ ਮਨ ਵਿੱਚ ਸੋਚਣਾ ਸੀ ਵੀ ਮੈਂ ਤੇ ਸੇਵਾ ਕਰਨੀ ਹੈ, ਇਹ ਵੀ ਮੇਰੇ ਮਾਂ ਪਿਓ ਨੇ, ਪਿੱਛੇ ਮੈਂ ਮਾਂ ਪਿਓ ਛੱਡਿਆ ਹੀ, ਅੱਜ ਤੋਂ ਮੇਰੇ ਇਹ ਨਵੇਂ ਮਾਂ ਪਿਓ ਨੇ। ਸੱਸ ਸਹੁਰੇ ਨੇ ਗੁਰਬਾਣੀ ਪੜ੍ਹੀ ਹੁੰਦੀ, ਗੁਰਬਾਣੀ ਨੂੰ ਵਿਚਾਰਿਆ ਹੁੰਦਾ ਤੇ ਉਸ ਦਿਨ ਤੋਂ ਕਹਿ ਦਿੰਦੇ ਲੈ ਵੀ ਸਾਡੀ ਧੀ ਤੇ ਵਿਆਹੀ ਗਈ, ਉਹ ਤੇ ਚਲੀ ਗਈ, ਅੱਜ ਤੋਂ ਸਾਡੀ ਧੀ ਹੈ ਤੂੰ, ਚੰਗੀ ਹੈ ਮਾੜੀ ਹੈ ਬਸ ਤੈਨੂੰ ਕੁਝ ਨਹੀਂ ਕਵਾਂਗੇ, ਲੜਾਈ ਹੋਏਗੀ ਨਹੀਂ, ਕਦੇ ਵਾਸਤੇ ਘਰ 'ਚ ਲੜਾਈ ਨਹੀਂ। ਬਸ ਜਦੋਂ ਗਿਆਨ ਹੀ ਨਹੀਂ ਤੇ ਫਿਰ ਸਭ ਕੁਝ ਹੀ ਹੈ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ, ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ। ਗਿਆਨ ਕਿੱਥੋਂ ਮਿਲਦਾ ਹੈ? ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਰੇ ਵਾਰੇ ਜਾਈਏ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਹਾਰਾਜ ਤੇ ਮਾਨਸ ਤੋਂ ਬੰਦਿਆਂ ਤੋਂ ਦੇਵਤੇ ਬਣਾ ਦਿੰਦੇ ਨੇ। ਜਾਮਾ ਬਲਿਹਾਰ ਜੀ ਮੈਂ ਸਿਆ ਗੁਰਾਂ ਤੋਂ, ਜਾਮਾ ਬਲਿਹਾਰ ਜੀ ਮੈਂ ਐਸੇ 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 ਗੁਰਾਂ ਤੋਂ, 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 ਓਏ ਐਸੇ ਗੁਰਾਂ ਤੋਂ, ਐਸੇ ਗੁਰਾਂ ਤੋਂ, ਐਸੇ ਗੁਰਾਂ ਤੋਂ ਜੀ, ਐਸੇ ਗੁਰਾਂ ਤੋਂ, 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 ਜਾਮਾ ਬਲਿਹਾਰ ਜੀ ਮੈਂ 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 ਐਸੇ ਗੁਰਾਂ ਤੋਂ। ਸੱਚੇ ਪਾਤਸ਼ਾਹ ਜੀ ਜਿਹੜੇ ਗਿਆਨ ਬਖਸ਼ਦੇ ਨੇ, ਜ਼ਿੰਦਗੀ ਦੇ ਦਾਤੇ ਨੇ, ਗਿਆਨ ਦੇ ਸਾਗਰ ਨੇ ਸੱਚੇ ਪਾਤਸ਼ਾਹ ਜੀ, ਪਰ ਅਫਸੋਸ ਆਪਾਂ ਤੇ ਪੜ੍ਹਿਆ ਹੀ ਨਹੀਂ, ਮਹਾਰਾਜ ਜੀ ਤੇ ਸੁਣਿਓ ਹੀ ਨਹੀਂ ਗੱਲ, ਮਨ ਹੀ ਨਹੀਂ ਕਰਦਾ ਨਾ ਸੁਣਨ ਨੂੰ। ਕਲਯੁਗ ਦਾ ਸਮਾਂ ਬਸ ਹੋਰ ਪਾਸੇ ਮਨ ਭਟਕਦਾ, ਆਪਣੇ ਹੰਕਾਰ 'ਚ ਹੀ ਤੁਰੇ ਫਿਰਦੇ ਆ ਵੀ ਮੇਰੇ ਨਾਲ ਦਾ ਤੇ ਪੂਰੇ ਪਿੰਡ ਦੇ ਵਿੱਚ ਨਹੀਂ, ਆਪਣੇ ਹੰਕਾਰ ਦੇ ਵਿੱਚ। ਇੱਥੋਂ ਤੱਕ ਕਿ ਫਲਾਣੇ ਨੂੰ ਆਪਾਂ ਗਾਲਾਂ ਕੱਢਤੀਆਂ, ਫਲਾਣੇ ਨੂੰ ਐਦਾਂ ਕਰਤਾ, ਫਲਾਣੇ ਨੂੰ ਐਦਾਂ ਕਰਤਾ, ਇਹਨਾਂ ਕੰਮਾਂ ਦੇ ਵਿੱਚ ਹੀ ਬਸ ਸਾਰਾ ਜੀਵਨ ਲੰਘਾ ਲਿਆ। ਪਰ ਲੋੜ ਸੀ ਗੁਰਬਾਣੀ ਨਾਲ ਜੁੜਨ ਦੀ, ਸੇਵਾ ਨਾਲ ਜੁੜਨ ਦੀ, ਸਿਮਰਨ ਦੇ ਨਾਲ ਜੁੜਨ। ਸੋ ਸੰਗਤ ਜੀ ਵੇਖੋ, ਮਹਾਂਪੁਰਖਾਂ ਨੇ 32-33 ਸਾਲ
ਇੱਥੇ ਸਿਮਰਨ ਕੀਤਾ, ਸੇਵਾ ਕੀਤੀ। ਤੇ ਆ ਵੇਖੋ ਕਿੱਡੇ ਕਿੱਡੇ ਰੰਗ ਭਾਗ ਲੱਗੇ ਪਏ ਤੇ ਨਗਰ ਹੰਡਿਆਏ ਦੇ ਵਿੱਚ ਪਤਾ ਹੀ ਨਹੀਂ ਕਿੱਡੇ ਕਿੱਡੇ ਧਨੀ ਲੋਕ ਹੋ ਕੇ ਚਲੇ ਗਏ। ਕਰਦਾ ਕੋਈ ਯਾਦ? ਹੰਡਿਆਏ ਦੇ ਵਿੱਚੋਂ ਕਹਿੰਦੇ ਇਹਦਾ ਨਾਮ ਹੀ ਹੰਡਿਆਇਆ ਤਾਂ ਪਿਆ ਸੀ, ਪੁਰਾਣੇ ਸਮਿਆਂ ਦੇ ਵਿੱਚ ਹੁੰਡੀ ਚੱਲੀ ਹੈ। ਹੁੰਡੀ ਦਾ ਮਤਲਬ ਜਿਸ ਤਰ੍ਹਾਂ ਆਪਾਂ ਕਹਿ ਦਈਏ ਵੀ ਇੱਕ ਐਫਡੀ ਕਰਵਾਤੀ। ਬੜੇ ਤਕੜੇ ਸੇਠ ਸਨ ਜਿਨ੍ਹਾਂ ਨੇ ਪਟਿਆਲੇ ਰਾਜੇ ਨੂੰ ਉਹਨਾਂ ਸਮਿਆਂ ਦੇ ਵਿੱਚ ਹੁੰਡੀ ਕਰਕੇ ਦਿੱਤੀ ਸੀ, ਮਾਇਆ ਦਿੱਤੀ ਸੀ। ਏਡੇ ਤਕੜੇ ਅਮੀਰ, ਪਰ ਵੇਖੋ ਅੱਜ ਕੋਈ ਨਹੀਂ ਜਾਣਦਾ ਵੀ ਕੌਣ ਸਨ ਉਹ। ਉਸੇ ਹੁੰਡੀ ਤੋਂ ਇਹਦਾ ਨਾਮ ਹੰਡਿਆਇਆ ਪਿਆ। ਪਰ ਇੱਕ ਪਾਸੇ ਸਿੱਧੇ ਸਾਦੇ ਆਪਣੇ ਮਹਾਂਪੁਰਖ ਖੱਦਰ ਦਾ ਚੋਲਾ ਪਾਉਣਾ, ਖੇਤੀ ਕੀਤੀ, ਪਰਿਵਾਰ ਵੀ ਚਲਾਇਆ ਤੇ 32-33 ਸਾਲ ਇੱਥੇ ਇਸ ਸਥਾਨ ਤੇ ਰਹੇ। ਆ ਵੇਖੋ ਕਿੱਡੇ ਕਿੱਡੇ ਮਹਿਲ ਉਸਰੇ ਪਏ ਨੇ। ਇੱਕ ਸਥਾਨ ਨਹੀਂ, 10-12 ਅਸਥਾਨ ਨੇ। 10-12 ਅਸਥਾਨ ਜਿੱਥੇ ਜਿੱਥੇ ਗਏ ਫਿਰ ਸਾਰੇ ਚੜ੍ਹਦੀ ਕਲਾ ਦੇ ਵਿੱਚ ਚੱਲਦੇ ਹਨ। ਤੇ ਕਮਾਲ ਦੀ ਗੱਲ ਇਹ ਵੀ ਕਿਤੇ ਕੋਈ ਗਰਾਹੀ ਨਹੀਂ। ਆ ਸਥਾਨ ਦੇ ਉੱਤੇ ਜਦੋਂ ਦਰਬਾਰ ਸਾਹਿਬ ਪਾਇਆ ਸੀ ਉਦੋਂ ਥੋੜੇ ਪਰਿਵਾਰਾਂ ਨੂੰ ਕਿਹਾ ਸੀ ਵੀ ਵੱਡਾ ਬਜਟ ਹੈ, ਤੇ ਪਰ ਉਸ ਤੋਂ ਬਾਅਦ ਅੱਜ ਤੱਕ ਮਹਾਂਪੁਰਖਾਂ ਤੋਂ ਲੈ ਕੇ ਤੇ ਨਾ ਡਾਲੀ ਆਈ ਹੈ, ਨਾ ਕਦੇ ਗਰਾਈ ਕੀਤੀ ਹੈ। ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਬੜੀ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੈ। ਮੈਂ ਬੇਨਤੀ ਕਰਦਾ ਸੀ, ਇਹ ਨਾਮ ਜਪਣ ਦੀਆਂ ਤਾਕਤਾਂ ਨੇ, ਸਿੱਖ ਲਈਏ ਵੀ ਇਦਾਂ ਹੈ। ਨਾਮ ਦੇ ਵਿੱਚ ਬਰਕਤਾਂ ਨੇ। ਅੱਜ ਵੇਖੋ ਉਹਨਾਂ ਨੇ ਅਸਥਾਨ ਬਣਾਇਆ, ਆਪਾਂ ਕਿੰਨੀ ਸੰਗਤ ਜੁੜੇ ਬੈਠੇ ਆ, ਪਤਾ ਹੀ ਨਹੀਂ ਕਿਹਨੂੰ ਕਿਹਨੂੰ ਤਾਰਿਆ। ਨਾਮ ਦੇ ਨਾਲ ਜੋੜਿਆ, ਸੇਵਾ ਦੇ ਨਾਲ ਜੋੜਿਆ, ਸਿਮਰਨ ਦੇ ਨਾਲ ਜੁੜਿਆ। ਤੇ ਸੰਗਤ ਜੀ 30 ਸਾਲ ਕੀਰਤਨ ਕੀਤਾ ਮਹਾਂਪੁਰਖਾਂ ਨੇ, ਪਰਮਾਤਮਾ ਦੇ ਗੁਣਾਂ ਨੂੰ ਗਾਇਆ ਤੇ ਤਾਂ ਹੀ ਆ ਰੰਗ ਭਾਗ ਲੱਗੇ ਨੇ। ਤੇ ਨਹੀਂ ਤੁਹਾਨੂੰ ਪਤਾ ਹੀ ਹੈ ਫਿਰ ਬਿਨਾਂ ਗਰਾਈਆਂ ਤੋਂ ਕਦੇ ਚੱਲਦੇ ਆ ਅਸਥਾਨ। ਕੇਵਲ ਮਹਾਂਪੁਰਖਾਂ ਦਾ ਸਥਾਨ ਹੋਏਗਾ ਜਿਹੜਾ ਕਿਤੇ ਵੀ ਚਲੇ ਜਾਓ, ਕਿਸੇ ਵੀ ਮਹਾਂਪੁਰਖ ਕਿਸੇ ਬੰਦਗੀ ਵਾਲੇ ਦਾ ਅਸਥਾਨ ਜਿੱਥੇ ਕੋਈ ਤੁਹਾਡੇ ਤੋਂ ਮੰਗ ਨਹੀਂ, ਡਿਮਾਂਡ ਨਹੀਂ। ਨਹੀਂ ਫਿਰ ਬੜੇ ਸਥਾਨ ਇਦਾਂ ਦੇ ਆ ਵੀ ਗਰਾਈਆਂ ਹੁੰਦੀਆਂ ਨੇ, ਪਹਿਲੇ ਬੋਰੀਆਂ ਚਲੀਆਂ ਜਾਂਦੀਆਂ ਨੇ ਘਰਾਂ ਦੇ ਵਿੱਚ। ਪਰ ਇਹ ਸਭ ਨਾਮ ਦੀਆਂ ਕਮਾਈਆਂ ਨੇ, ਸੱਚੇ ਪਾਤਸ਼ਾਹ ਜੀ ਦੀ ਮਿਹਰ ਹੈਗੀ। ਸੋ ਆਓ ਆਪਾਂ ਇੱਕ ਕਵਿਤਾ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਪੜ੍ਹ ਕੇ ਫਿਰ ਆਪਾਂ ਆਨੰਦ ਸਾਹਿਬ ਦੇ ਪਾਠ, ਕਿਉਂਕਿ ਅੱਜ ਸਾਊਂਡ ਦੀ ਆਵਾਜ਼ ਨਹੀਂ ਠੀਕ। ਇੱਕ ਕਵਿਤਾ ਹੈ ਜੋ ਕਿਸਾਨਾਂ ਦਾ ਚੱਲ ਰਿਹਾ ਸਿਸਟਮ, ਉਹਦੇ ਸੰਬੰਧ ਦੇ ਵਿੱਚ। ਸੋ ਆਓ, ਬਾਕੀ ਮਾਈਕ ਬੰਦ ਕਰ ਦਿਓ, ਕੱਲਾ ਉਹ ਚੱਲਣ ਦਿਓ। ਕਿ ਪੰਜਾਬ ਇੱਕ ਸੋਨੇ ਦੀ ਚਿੜੀ ਸੀ, ਸੋਨੇ ਦੀ ਚਿੜੀ, ਵਾਕਈ ਸੋਨੇ ਦੀ ਚਿੜੀ ਸੀ। ਕਿਉਂਕਿ ਹਰ ਕੰਟਰੀ ਦੇ ਵਿੱਚ ਬੱਚੇ ਗਏ ਆ, ਮੈਂ ਫੋਨ ਤੇ ਗੱਲ ਕਰਦਾ ਰਹਿਣਾ। ਕਿਸੇ ਕੰਟਰੀ ਦੇ ਵਿੱਚ ਕੋਈ ਚੀਜ਼ ਹੁੰਦੀ ਹੈ, ਕਿਸੇ ਕੰਟਰੀ ਦੇ ਵਿੱਚ ਕੋਈ ਚੀਜ਼। ਪਰ ਪੰਜਾਬ ਇੱਕ ਇਹੋ ਜਿਹੀ ਧਰਤੀ ਸੀ ਵੀ ਜਿੱਥੇ ਹਰ ਇੱਕ ਚੀਜ਼ ਪੈਦਾ ਹੁੰਦੀ ਹੈ। ਲੂਣ ਜਿਹੜਾ ਨਮਕ ਕਹਿੰਦੇ ਆ ਆਪਾਂ, ਉਹ ਵੀ ਪਾਕਿਸਤਾਨ ਦੇ ਵਿੱਚ ਰਹਿ ਗਿਆ ਨਾ, ਜਿਹੜਾ ਪੰਜਾਬ ਦੀ ਵੰਡ ਹੋ ਗਈ। ਕੁੱਲ ਜੜੀ ਬੂਟੀ ਜੀ ਤੋਂ ਦੇਸੀ ਦਵਾਈਆਂ ਬਣਦੀਆਂ ਨੇ, ਕੁੱਲ ਇੱਥੇ ਫਲ ਹੁੰਦਾ ਹੈ। ਪਰ ਸੰਗਤ ਜੀ ਸੋਨੇ ਦੀ ਚਿੜੀ ਹੁਣ ਤੇ ਪਤਾ ਹੀ ਹੈ ਵੀ ਲੋਹੇ ਦੀ ਹੋਈ ਰਹਿ ਗਈ ਨਾ, ਚਾਂਦੀ ਦੀ ਰਹਿ ਗਈ ਹੁੰਦੀ ਨਾ, ਫਿਰ ਵੀ ਆਪਾਂ ਡੰਗਾ ਲਾ ਲੈਂਦੇ, ਸਾਰ ਲੈਂਦੇ ਵੀ ਚਲੋ ਸੋਨਾ ਗਿਆ ਚਾਂਦੀ ਰਹਿ ਗਈ।
ਪਿੱਤਲ ਦੀ ਰਹਿ ਗਈ ਹੁੰਦੀ ਫੇਰ ਵੀ, ਹੁਣ ਤੇ ਜਮੀ ਪਤਾ ਹੀ ਹੈ ਵੀ ਲੋਹੇ ਦੀ ਰਹਿ ਗਈ ਤੇ ਇਹ ਵੀ ਖਤਮ ਕਰਨ ਨੂੰ ਫਿਰਦੇ ਨੇ। ਅਫਸੋਸ ਦੀ ਗੱਲ ਇਹ ਵੀ ਕੋਈ ਬਾਹਰਲੇ ਨਹੀਂ, ਆਪਣੀ ਨੇ ਆਪਦਿਆਂ ਨਹੀਂ ਖਾ ਲਿਆ ਸਾਰਾ ਕੁਝ। ਇੱਕ ਇੱਕ ਬੰਦਾ ਆਪਣੇ ਇੱਕ ਧੀ ਲਈ, ਪੁੱਤਰ ਲਈ ਪਤਾ ਹੀ ਨਹੀਂ ਕਿੰਨੇ ਕਿੰਨੇ ਹਜ਼ਾਰ ਕਰੋੜ ਦੀ ਪ੍ਰਾਪਰਟੀ ਬਣਾਈ ਬੈਠਾ ਹੈ, ਤੇ ਇੱਕ ਬੰਦਾ ਗਰੀਬ ਫਿਰ ਸਪਰੀ ਚ ਰੋਟੀ ਤੋਂ ਵੀ ਮਰ ਰਿਹਾ। ਆਹ ਹਾਲ ਨੇ। ਅੱਜ ਵੇਖੋ ਮਜਬੂਰ ਕਰਤਾ ਵੀ ਸੜਕਾਂ ਤੇ ਬਹਿਣਾ ਪੈ ਗਿਆ। ਕਿਹਨੂੰ? ਅੰਨਦਾਤੇ ਨੂੰ। ਦਾਤਾ ਕਿਹਨੂੰ ਕਿਹਾ? ਦਾਤਾ ਕਿਹਾ ਰੱਬ ਨੂੰ। ਤੇ ਜਦੋਂ ਹਰੀ ਕ੍ਰਾਂਤੀ ਆਈ ਸੀ ਨਾ, ਹਰੀ ਕ੍ਰਾਂਤੀ ਲਿਆਂਦੀ ਸੀ, ਇਹ ਸ਼ਾਇਦ 75-76 ਦੀ ਗੱਲ ਹੈ, ਤੇ ਉਹਦੇ ਸਭ ਤੋਂ ਜ਼ਿਆਦਾ ਅਨਾਜ ਪੰਜਾਬ ਦੇ ਵਿੱਚ ਪੈਦਾ ਹੋਇਆ ਸੀ। ਪੰਜਾਬ ਨੇ ਅਨਾਜ ਦਿੱਤਾ ਸੀ, ਫਿਰ ਇਸੇ ਕਰਕੇ ਇਹਨੂੰ ਅਵਾਰਡ ਮਿਲਿਆ ਸੀ ਵੀ ਇਹ ਹੈ ਅੰਨਦਾਤਾ, ਅੰਨ ਪੈਦਾ ਕਰਨ ਵਾਲਾ ਦਾਤਾ। ਤੇ ਅੱਜ ਫਿਰ ਦਾਤੇ ਨੂੰ ਕਿੱਥੇ ਸੜਕਾਂ ਤੇ ਰੋਲਿਆ ਪਿਆ। ਕਹਿ ਸਕਦੇ ਆਪਾਂ ਮਾਣ ਨਾਲ ਵੀ ਮੈਂ ਕੁੜੀ ਦਾ ਵਿਆਹ ਕਰ ਦਿਆਂਗਾ 20 ਲੱਖ ਲਾ ਕੇ 2 ਸਾਲਾਂ ਨੂੰ। ਕੋਈ ਬੰਦਾ ਅੱਜ ਕਹਿ ਸਕਦਾ ਜ਼ਿਮੀਂਦਾਰ ਵੀ ਮੈਂ 20-25 ਲੱਖ ਲਾ ਕੇ 2-3 ਸਾਲਾਂ ਨੂੰ ਕੋਠੀ ਪਾਵਾਂਗਾ। ਹਰ ਇੱਕ ਬੰਦਾ ਇਹ ਸੋਚਦਾ ਵੀ ਕੋਈ ਪਤਾ ਨਹੀਂ ਕੀ ਬਣੂ ਜੀ। ਸੋ ਉਹਦੇ ਸੰਬੰਧ ਵਿੱਚ ਕੁਝ ਸ਼ਬਦ ਲਿਖੇ ਨੇ, ਆਓ ਪੜ੍ਹੀਏ, ਸੁਣਿਓ ਧਿਆਨ ਨਾਲ। ਹਾਂਜੀ। ਆਪਣੇ ਹੀ ਵੇਚ ਖਾਗੇ ਓਏ ਰੰਗ ਲੈ ਪੰਜਾਬ ਨੂੰ, ਆਪਣੇ ਹੀ ਵੇਚ ਖਾਗੇ ਓਏ ਰੰਗ ਲੈ ਪੰਜਾਬ ਨੂੰ। ਚਾਹੁੰਦੀ ਤੂੰ ਕਿਸਾਨ ਮੰਡੀਆਂ ਦੇ ਵਿੱਚ ਰੋਲਣਾ, ਸਾਡੀਆਂ ਜ਼ਮੀਨਾਂ ਉੱਤੇ ਕਾਰਖਾਨੇ ਖੋਲ੍ਹਣਾ। ਚਾਹੁੰਦੀ ਤੂੰ ਕਿਸਾਨ ਮੰਡੀਆਂ ਦੇ ਵਿੱਚ ਰੋਲਣਾ, ਸਾਡੀਆਂ ਜ਼ਮੀਨਾਂ ਉੱਤੇ ਕਾਰਖਾਨੇ ਖੋਲ੍ਹਣਾ। ਡਰਦੇ ਨੀ ਗਿੱਦੜਾਂ ਤੋਂ, ਡਰਦੇ ਨੀ ਗਿੱਦੜਾਂ ਤੋਂ, ਪੁੱਤ ਬਾਜਾਂ ਵਾਲੇ ਤੇ ਇੱਕ ਦੂਜੇ ਨਾਲੋਂ ਇਹ ਤਾਂ ਮੌਤ ਨੂੰ ਵੀ ਕਾਲੇ ਨੇ। ਰਹਿਣ ਨੀ ਉਹ ਦੇਣਾ ਕਹਿੰਦੇ, ਰਹਿਣ ਨੀ ਉਹ ਦੇਣਾ ਕਹਿੰਦੇ, ਹੁਣ ਧੋਖੇਬਾਜ਼ ਨੂੰ ਆਪਣੇ ਹੀ ਵੇਚ ਖਾ ਕੇ ਓਏ ਰੰਗ ਲੈ ਪੰਜਾਬ ਨੂੰ, ਆਪਣੇ ਹੀ ਵੇਚ ਖਾ ਕੇ ਓਏ ਰੰਗ ਲੈ ਪੰਜਾਬ ਨੂੰ। ਆਪਣੇ ਹੀ ਖਾ ਕੇ ਵੇਚ ਕੇ, ਬਗਾਨੇ ਨਹੀਂ ਕੋਈ, ਆਪਣਿਆਂ ਨਹੀਂ। ਇਹ ਲਿਖਿਆ ਕਿ ਚਾਹੁੰਦੀ ਤੂੰ ਕਿਸਾਨ ਮੰਡੀਆਂ ਦੇ ਵਿੱਚ ਰੋਲਣਾ, ਸਾਡੀਆਂ ਜ਼ਮੀਨਾਂ ਉੱਤੇ ਕਾਰਖਾਨੇ ਖੋਲਣਾ। ਸਰਕਾਰੇ ਦਿੱਲੀਏ ਤੂੰ ਚਾਹੁੰਦੀ ਹੈ ਇਹ, ਪਰ ਤੈਨੂੰ ਪਤਾ ਨਹੀਂ ਇਹ ਤੋਂ ਪਹਿਲਾਂ ਬਿਹਾਰ ਯੂਪੀ ਨਾਲ ਤੇਰਾ ਵਾਹ ਪਿਆ, ਹੋਰ ਸਟੇਟਾਂ ਨਾਲ ਵਾਹ ਪਿਆ। ਤੈਨੂੰ ਪਤਾ ਨਹੀਂ ਵੀ ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਨੇ। ਇਹ 1.25 ਲੱਖ ਨਾਲ ਕੱਲਾ ਕੱਲਾ ਲੜਿਆ, ਉਹਨਾਂ ਦੀ ਔਲਾਦ ਹੈ ਇਹ। ਡਰਦੇ ਨਹੀਂ ਗਿੱਦੜਾਂ ਤੋਂ, ਪੁੱਤ ਬਾਜਾਂ ਵਾਲੇ ਦੇ, ਇੱਕ ਦੂਜੇ ਨਾਲੋਂ ਇਹ ਤਾਂ ਮੌਤ ਨੂੰ ਵੀ ਕਾਲੇ ਨੇ। ਆ ਵੇਖੋ ਜਦੋਂ ਦੇਸ਼ ਆਜ਼ਾਦ ਹੋਇਆ ਨਾ 95% ਉਹਦੇ ਵਿੱਚ ਪੰਜਾਬੀ ਸੀ। ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਨਾ 95% ਪੰਜਾਬੀ ਸਨ।
ਤੇ ਹੁਣ ਵਾਹ ਪਿਆ ਫਿਰ ਪੰਜਾਬੀਆਂ ਦੇ ਨਾਲ। ਆ ਵੇਖੋ 2-3 ਕੁ ਦਿਨ ਹੀ ਧਰਨੇ ਲਾਏ ਸੀ, ਸਾਰਾ ਫਿਰ ਦੇਸ਼ ਹਿਲਾ ਕੇ ਰੱਖਤਾ, ਸਾਰਾ ਦੇਸ਼ ਹਿਲਾ ਕੇ ਰੱਖਤਾ। ਸੋ ਇਹ ਕੌੜਾ ਸੱਚ ਹੈ। ਹੁਣ ਆਪਾਂ ਸਰਕਾਰਾਂ ਦੇ ਵਿੱਚੋਂ ਨਿਕਲਣਾ ਪਏਗਾ ਵੀ ਮੈਂ ਅਕਾਲੀ ਹਾਂ ਜੀ, ਮੈਂ ਕਾਂਗਰਸੀ ਹਾਂ, ਮੈਂ ਝਾੜੂ ਵਾਲਾ ਜੀ। ਇਹ ਗੱਲਾਂ ਸਭ ਬਾਅਦ ਦੀਆਂ ਨੇ। ਪਹਿਲਾਂ ਇਹ ਸਮਝੀਏ ਵੀ ਆਪਾਂ ਕਿਸਾਨ ਹੈ, ਆਪਾਂ ਮਜ਼ਦੂਰ ਹੈ, ਆਪਾਂ ਇੱਕ ਦੁਕਾਨਦਾਰ ਹੈ, ਕਿਉਂਕਿ ਸਾਰਾ ਕੁਝ ਹੀ ਖਤਮ ਹੋ ਜਾਏਗਾ, ਕੱਲਾ ਕਿਸਾਨ ਨਹੀਂ, ਸਾਰਾ ਕੁਝ ਹੀ ਖਤਮ ਹੋ ਜਾਏਗਾ। ਸੋ ਆਓ ਅਗਲਾ ਪੈਰਾ ਪੜ੍ਹੀਏ। ਹਾਂਜੀ। ਨਤਨਮ ਕੜਦੀ ਕਾਨੂੰਨ ਤੂੰ ਤਾਂ ਦਿੱਲੀਏ, ਪਰ ਸਾਡਾ ਨਹੀਂ ਉਹ ਦੇਖਿਆ ਜਨੂਨ ਤੂੰ ਤਾਂ ਦਿੱਲੀਏ। ਚਾਹੁੰਦੀ ਤੂੰ ਹੜਪਣਾ, ਚਾਹੁੰਦੀ ਤੂੰ ਹੜਪਣਾ ਜੱਟਾਂ ਦੇ ਘਰ-ਬਾਰ ਨੂੰ। ਗੱਲ ਸਾਡੇ ਪਾਤਾ ਅੜਿਸਣ ਵਾਲੇ ਹਾਰ ਨੂੰ। ਉਹ ਜੱਟ ਕਿਵੇਂ ਮੋੜੂ ਦੱਸ, ਜੱਟ ਕਿਵੇਂ ਮੋੜੂ ਦੱਸ ਮੂਲ ਤੇ ਵਿਆਜ ਨੂੰ। ਆਪਣੇ ਹੀ ਵੇਚ ਖਾਗੇ ਓਏ ਰੰਗ ਲੈ ਪੰਜਾਬ ਨੂੰ। ਆਪਣੇ ਹੀ ਵੇਚ ਖਾਗੇ ਓਏ ਰੰਗ ਲੈ ਪੰਜਾਬ ਨੂੰ। ਨਿਤ ਨਵੇਂ ਘੜਦੀ ਕਾਨੂੰਨ ਤੂੰ ਤਾਂ ਦਿੱਲੀਏ। ਦਿੱਲੀ ਬੈਠੇ ਆ ਨਾ ਜਿਹੜੇ, ਆਪਾਂ ਵੇਖਿਆ ਵੀ ਆ ਦੇਖੋ ਕਰੋਨਾ ਦੀ ਆੜ ਦੇ ਵਿੱਚ ਕਿੰਨੇ ਬਿੱਲ ਪੇਸ਼ ਕਰਦੇ, ਸਾਰੇ ਪਾਸ ਕਰਦੇ। ਦੁਕਾਨਦਾਰਾਂ ਲਈ, ਵਪਾਰੀਆਂ ਲਈ। ਆ ਦੇਖੋ ਪਹਿਲਾਂ GST ਲਾਇਆ, ਨੋਟਬੰਦੀ ਕੀਤੀ, 370 ਧਾਰਾ ਤੋੜੀ, ਤੇ ਫਿਰ ਆ ਵੇਖੋ ਹੁਣ ਨਵੇਂ ਕਾਨੂੰਨ। ਨਿਤ ਨਵੇਂ ਘੜਦੀ ਕਾਨੂੰਨ ਤੂੰ ਤਾਂ ਦਿੱਲੀਏ, ਪਰ ਸਾਡਾ ਨਹੀਂ ਉਹ ਦੇਖਿਆ ਜਨੂਨ ਤੂੰ ਤਾਂ ਦਿੱਲੀਏ। ਪੰਜਾਬੀਆਂ ਦਾ ਜਨੂਨ ਨਹੀਂ ਨਾ ਵੇਖਿਆ ਤਾਂ ਬਾਹ ਨਹੀਂ ਪਿਆ। ਚਾਹੁੰਦੀ ਤੂੰ ਹੜੱਪਣਾ ਜੱਟਾਂ ਦੇ ਕਾਰੋਬਾਰ ਨੂੰ। ਗਲ ਸਾਡੇ ਪਾਤਾ ਆਰਡੀਨੈਸ ਵਾਲੇ ਹਾਰ ਨੂੰ। ਆ ਨਵਾਂ ਕਾਨੂੰਨ ਆਰਡੀਨੈਸ ਜਿਹੜਾ ਲਿਆਂਦਾ ਵੀ ਇਹ ਹਾਰ ਪਾਤਾ ਬਸ ਲਿਆ ਕੇ। ਜੱਟ ਕਿਵੇਂ ਮੋੜੂ ਦੱਸ ਮੂਲ ਤੇ ਵਿਆਜ ਨੂੰ। ਆਪਣੇ ਹੀ ਵੇਚ ਖਾ ਗਏ ਰੰਗਲੇ ਪੰਜਾਬ ਨੂੰ। ਹੁਣ ਜਿਹੜਾ ਬੰਦਾ 64-68 ਹਜ਼ਾਰ ਨੂੰ ਠੇਕੇ ਤੇ ਲਈ ਬੈਠਾ ਹੈ, ਦੱਸੋ ਉਹ ਕਿੱਦਾਂ ਮੋੜੇਗਾ? ਜਿਹਨੇ ਆੜਤੀਆਂ ਦਾ ਦੇਣਾ ਹੈ, ਕਿੱਥੋਂ ਮੂਲ ਮੋੜੇਗਾ ਤੇ ਕਿੱਥੋਂ ਵਿਆਜ ਮੋੜੇਗਾ? ਤੇ ਫਿਰ ਕੀ ਹੈ, ਗੱਲ ਦੇ ਵਿੱਚ ਫਾਹਾ ਹੀ ਪਏਗਾ ਨਾ। ਆਪਣੇ ਹੀ ਵੇਚ ਖਾ ਗਏ ਰੰਗਲੇ ਪੰਜਾਬ ਨੂੰ। ਹਾਂਜੀ। ਕੀਤੇ ਜੋ ਸਿਵਾ ਦੇ ਵੋਟਾਂ ਵੇਲੇ ਸਰਕਾਰ ਨੇ, ਨਸਿਆਂ ਤੇ ਕਰਜ਼ ਨੇ ਕਿੰਨੇ ਪੁੱਤ ਮਾਰਤੇ। ਕੀਤੇ ਸੀ ਸੁਬਾ ਦੇ ਵੋਟਾਂ ਵੇਲੇ ਸਰਕਾਰ ਨੇ, ਨਸਿਆਂ ਤੇ ਕਰਜ਼ ਨੇ ਕਿੰਨੇ ਪੁੱਤ ਮਾਰਤੇ। ਕਰਤਾ ਜੇ ਪੰਗ ਮੰਡੀ, ਕਰਤਾ ਜੇ ਪੰਗ ਮੰਡੀ ਬੋਰਡ ਸਰਕਾਰ ਨੇ। ਮਰਜ਼ੀ ਦੇ ਮੁੱਲ ਫਿਰ ਪਾਉਂਦੇ ਸਾਹੂਕਾਰ ਨੇ। ਪੂਰਾ ਨਹੀਂ ਹੋਣ ਦੇਣਾ, ਪੂਰਾ ਨਹੀਂ ਹੋਣ ਦੇਣਾ ਲੋਟੂਆਂ ਦੇ ਖਾਬ ਨੂੰ। ਆਪਣੇ ਹੀ ਵੇਚ ਖਾਗੇ ਓਏ ਰੰਗ ਲੈ ਪੰਜਾਬ ਨੂੰ। ਆਪਣੇ ਹੀ ਵੇਚ ਖਾਗੇ
ਕੀਤੇ ਸੀ ਜੋ ਵਾਅਦੇ ਵੋਟਾਂ ਵੇਲੇ ਸਰਕਾਰ ਨੇ, ਵੱਡੇ ਵੱਡੇ ਕਰੇ ਸੀ ਨਾ ਵੀ 15-15 ਲੱਖ ਖਾਤੇ ਜਾਊਗਾ, ਕਿਹਾ ਸੀ ਨਾ ਨਸ਼ਾ ਜੀ ਅਸੀਂ ਤੇ ਹਫ਼ਤੇ 2 ਹਫ਼ਤਿਆਂ 'ਚ ਹੀ ਖਤਮ ਕਰ ਦਿਆਂਗੇ, ਹੋਇਆ ਉਦੋਂ ਜ਼ਿਆਦਾ ਵਿਕਣ ਲੱਗੇ। ਨਸ਼ਿਆਂ ਤੇ ਕਰਜ਼ੇ ਨੇ ਕਿੰਨੇ ਪੁੱਤ ਮਾਰਤੇ, ਪਤਾ ਹੀ ਨਹੀਂ ਕਿੰਨੇ ਕੁ ਘਰ ਉਜਾੜਤੇ ਨਸ਼ਿਆਂ ਨੇ ਕਰਜ਼ੇ ਨੇ, ਪਤਾ ਹੀ ਨਹੀਂ ਕਿੰਨੀਆਂ ਕਿੰਨੇ ਖੁਦਕੁਸ਼ੀਆਂ ਕਰ ਲਈਆਂ। ਹੋਰ ਗੱਲ, ਆ ਲੋਕਡਾਊਨ ਤੋਂ ਬਾਅਦ 2 ਮਹੀਨਿਆਂ ਦੇ ਵਿੱਚ ਇੰਨੀਆਂ ਕੁ ਖੁਦਕੁਸ਼ੀਆਂ ਹੋਈਆਂ ਨੇ ਵੀ ਸੋਚ ਹੀ ਨਹੀਂ ਸਕਦੇ, ਬਹੁਤ ਜ਼ਿਆਦਾ ਖੁਦਕੁਸ਼ੀਆਂ ਹੋਈਆਂ ਨੇ। ਕਰਤਾ ਜੇ ਭੰਗ ਮੰਡੀ ਬੋਰਡ ਸਰਕਾਰ ਨੇ, ਮਰਜ਼ੀ ਦੇ ਮੁੱਲ ਫਿਰ ਪਾਉਣੇ ਸਾਹੂਕਾਰ ਨੇ। ਵੱਡੇ ਜਿਹੜੇ ਘਰਾਣੇ ਨੇ ਆ ਫਿਰ ਉਹਨਾਂ ਨੇ ਮਰਜ਼ੀ ਦੇ ਮੁੱਲ ਪਾਉਣੇ ਆ। ਕਿਵੇਂ? ਹੁਣ ਮੱਕੀ ਦਾ ਜਿਹੜਾ ਸਰਕਾਰੀ ਰੇਟ ਹੈ ਉਹ ਤੇ 1700-1800 ਹੈ, ਵਿਕੀ ਕਿੰਨੇ ਨੂੰ? 800-900। ਇਦਾਂ ਹੀ ਪੈਣਗੇ ਮੁੱਲ। ਜੇ ਮੰਡੀ ਬੋਰਡ ਭੰਗ ਹੋ ਗਿਆ ਨਾ ਫਿਰ ਮਰਜ਼ੀ ਦੇ ਮੁੱਲ ਫਿਰ ਪਾਉਣੇ ਸਰਕਾਰ ਨੇ। ਪਰ ਫਿਰ ਲਿਖਦਾ ਲਿਖਾਰੀ ਕਹਿੰਦਾ ਪੂਰਾ ਨਹੀਂ ਹੋਣ ਦੇਣਾ ਲੋਟੂਆਂ ਦੇ ਖਾਬ ਨੂੰ। ਲੁਟੇਰਿਆਂ ਦਾ ਜਿਹੜਾ ਖਾਬ ਮਨ ਦੇ ਵਿੱਚ ਸੋਚਿਆ ਨਾ ਉਹਨੂੰ ਪੂਰਾ ਨਹੀਂ ਹੋਣ ਦੇਣਾ। ਆਪਣੇ ਹੀ ਵੇਚ ਖਾ ਗਏ ਰੰਗਲੇ ਪੰਜਾਬ ਨੂੰ। ਹਾਂਜੀ, ਪੰਜਾਬ ਦੇ ਕਿਸਾਨੋਂ ਗੁੱਸੇ ਗਿਲੇ ਮਨੋਂ ਕੱਢ ਕੇ, ਹੋ ਕੇ ਜੇ ਸਾਰੇ ਇਕੱਠੇ ਕੋੜ ਰਾਜਨੀਤੀ ਵਾਲਾ ਵੱਢ ਕੇ, ਦੱਸਣਾ ਦਲੀ ਨੂੰ ਹੁੰਦੇ, ਦੱਸਣਾ ਦਲੀ ਨੂੰ ਹੁੰਦੇ ਇਹ ਕਿਸਾਨ ਨੇ, ਜੋ ਦੇ ਸੂਰਮੇ ਤੇ ਅਣਖੀਲੇ ਇਹ ਜਵਾਨ ਨੇ। ਹੋਏ ਜੇ ਨਾ ਇਕੱਠੇ ਦੇਣਾ, ਹੋਏ ਜੇ ਨਾ ਇਕੱਠੇ ਦੇਣਾ, ਪਊ ਇਸ ਆਬ ਨੂੰ ਆਪਣੇ ਹੀ ਵੇਚ ਖਾ ਗਏ। ਓਏ ਰੰਗ ਲੈ ਪੰਜਾਬ ਨੂੰ ਆਪਣੇ ਹੀ ਵੇਚ ਖਾ ਕੇ, ਓਏ ਰੰਗ ਲੈ ਪੰਜਾਬ ਨੂੰ ਆਪਣੇ ਹੀ ਵੇਚ ਖਾ ਕੇ, ਓਏ ਰੰਗ ਲੈ ਪੰਜਾਬ ਨੂੰ। ਲਿਖਿਆ ਪੰਜਾਬ ਦੇ ਕਿਸਾਨੋਂ ਗੁੱਸੇ ਗਿਲੇ ਮਨੋਂ ਕੱਢ ਕੇ। ਕਿਉਂ? ਆਪਣੀ ਤੇ ਬਣਦੀ ਨਹੀਂ, ਬਸ ਆਂਢ ਗੁਆਂਢ ਚ ਤਾਂ ਹਰ ਇੱਕ ਦੀ ਹੋਈ ਨਹੀਂ ਬਣਦੀ ਹੁੰਦੀ। ਗੁੱਸੇ ਗਿਲੇ ਮਨ ਦੇ ਵਿੱਚੋਂ ਤਿਆਗ ਕੇ ਨਾ ਫਿਰ ਇਕੱਠੇ ਹੋਈਏ, ਫਿਰ ਗੱਲ ਬਣਨੀ ਹੈ। ਹੋ ਕੇ ਸਾਰੇ ਇਕੱਠੇ ਕੋੜ ਰਾਜਨੀਤੀ ਵਾਲਾ ਵੱਢ ਕੇ, ਆ ਪਾਰਟੀਆਂ ਵਾਦੀਆਂ ਵੀ ਛੱਡਣੀਆਂ ਪੈਣਗੀਆਂ, ਫਿਰ ਗੱਲ ਬਣਨੀ ਹੈ। ਤੇ ਜੇ ਪਾਰਟੀਬਾਜ਼ੀ ਚ ਉਲਝ ਗਏ ਫਿਰ ਤੇ ਪਾੜੇ ਹੀ ਪਏ ਆ। ਪਹਿਲਾਂ ਹੀ ਪਤਾ ਵੀ ਇੱਕ ਭਰਾ ਕਿਸੇ ਪਾਰਟੀ ਕੰਨੀ, ਦੂਜਾ ਕਿਸੇ ਵੱਲ, ਕਿਸੇ ਦੇ ਨਹੀਂ ਬਣਦੀ। ਦੱਸਣਾ ਦਿੱਲੀ ਨੂੰ ਹੁੰਦੇ ਕੀ ਇਹ ਕਿਸਾਨ ਨੇ, ਦੱਸਣਾ ਵੀ ਕਿਸਾਨ ਦੇ ਵਿੱਚ ਜੁਰਤ ਹੈ, ਜੋਧੇ ਸੂਰਮੇ ਤੇ ਅਣਖੀਲੇ ਇਹ ਜਵਾਨ ਨੇ। ਹੋਏ ਨਾ ਜੇ ਇਕੱਠੇ ਦੇਣਾ ਪੈਣਾ ਇਹ ਹਿਸਾਬ ਨੂੰ। ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਪਊ ਵੀ ਅਸੀਂ ਤੇ ਆਪਸ ਵਿੱਚ ਇਕੱਠੇ ਨਹੀਂ ਹੋ ਪਾਏ, ਤਾਂ ਕਰਕੇ ਆ ਸਾਰੇ ਬਿੱਲ ਪਾਸ ਹੋ ਗਏ। ਸੋ ਇਸ ਕਰਕੇ ਵੀਰੋ ਭੈਣੋ ਭਰਾਵੋ ਬੇਨਤੀ ਹੈ ਵੀ ਜ਼ਰੂਰ ਜਿਹੜੇ ਕਿਸਾਨ ਵੀਰ ਬੈਠੇ ਆ ਨਾ ਉੱਥੇ ਆਪਣੇ ਲਈ ਹੀ ਬੈਠੇ ਨੇ, ਉਹਨਾਂ ਦਾ ਸਾਥ ਦੇਈਏ, ਧਰਨਿਆਂ ਦੇ ਵਿੱਚ ਜਾਈਏ। ਨਹੀਂ ਜਾ ਸਕਦੇ ਤਾਂ ਘਰਾਂ ਦੇ ਵਿੱਚੋਂ ਪ੍ਰਸਾਦਾ ਪਾਣੀ ਤਾਂ ਹੋਰ ਕਿਸੇ ਢੰਗ ਦੇ ਨਾਲ। ਆ ਮੀਡੀਆ ਵੇਖੋ, ਅੱਜ ਹਰ ਇੱਕ ਬੰਦੇ ਕੋਲੇ ਫੇਸਬੁੱਕ WhatsApp ਚੱਲਦਾ ਹੈ, ਉਹਦੇ ਉੱਤੇ ਆਪਣਾ ਰੋਸ ਪ੍ਰਦਰਸ਼ਨ ਜ਼ਾਹਰ ਕਰੋ। ਆ ਵੱਡੇ ਘਰਾਣਿਆਂ ਦੇ ਜਿਹੜੇ ਸਿਮ ਹੈ ਉਹ ਬੰਦ ਕੀਤੇ ਜਾਣ। ਕੱਲ ਮੈਂ ਵੇਖ ਰਿਹਾ ਸੀ ਕਿ ਇਹਨਾਂ ਦੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਤੋਂ ਵੀ ਲੋਕੀ ਤੇਲ ਪਵਾਉਣੋਂ ਹਟ ਗਏ। ਸਹਿ ਤੇ ਆਪਾਂ ਹੀ ਦਿੱਤੀ ਹੈ ਨਾ, ਫੇਰ ਹੀ ਹੌਲੀ ਹੌਲੀ ਆਏ।
ਤੇ ਜਦੋਂ ਘਰ ਦੇ ਵਿੱਚ ਚੋਰ ਇੱਕ ਵਾਰ ਆ ਗਿਆ ਨਾ, ਫਿਰ ਦੂਸਰੀ ਵਾਰ ਉਹਨੂੰ ਮੂੰਹ ਪੈ ਜਾਂਦਾ, ਪਰ ਮੂੰਹ ਮੋੜਨਾ ਪਏਗਾ। ਮੁੜੇਗਾ ਤਾਂ ਜੇ ਸਾਰੇ ਇਕੱਠੇ ਹੋਵਾਂਗੇ। ਸੋ ਬੇਨਤੀ ਹੈ, ਗੁੱਸੇ ਗਿਲੇ ਜੋ ਵੀ ਹੈ ਮਨਾਂ ਦੇ ਵਿੱਚ ਸਾਰੇ ਕੱਢ ਕੇ ਇਕੱਠੇ ਹੋ ਕੇ ਸਾਰੇ ਜਾਣੇ ਫਿਰ ਜਦੋਂ ਰੋਸ ਪ੍ਰਦਰਸ਼ਨ ਕਰਾਂਗੇ, ਝੁਕਣਾ ਹੀ ਪਏਗਾ ਸਰਕਾਰਾਂ ਨੂੰ। ਕਿਹਨੇ ਬਣਾਈਆਂ ਸਰਕਾਰਾਂ? ਆਪਾਂ ਹੀ ਬਣਾਈਆਂ, ਆਪਣੇ ਦਮ ਤੇ ਆਪਣੇ ਤੇ ਰਾਜ ਕਰਦੇ ਨੇ। ਜ਼ਰੂਰ ਝੁਕਣਾ ਪਏਗਾ। ਅਮਰੀਕਾ ਦੇ ਰਾਸ਼ਟਰਪਤੀ ਤੱਕ ਗੱਲ ਪਹੁੰਚ ਗਈ, ਆਪਣੇ ਪੰਜਾਬ ਇੱਕ ਦਿਨ ਹੀ ਬੰਦ ਹੋਇਆ। ਪਰ ਮੈਂ ਤੇ ਲਿਖ ਕੇ ਪਾਇਆ ਸੀ ਵੀ ਬੜੀ ਖੁਸ਼ੀ ਦੀ ਗੱਲ ਵੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਪਹਿਲੀ ਵਾਰ ਵੇਖਿਆ ਵੀ ਕੌਮ ਇਕੱਠੀ ਹੋਈ। ਸਾਰੀਆਂ ਜਥੇਬੰਦੀਆਂ, ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੇ ਇਕੱਠੇ ਸੀ ਉਸ ਦਿਨ। ਤੇ ਜੇ ਉਸੇ ਤਰ੍ਹਾਂ ਇਕੱਠੇ ਹੋਏ ਸਰਕਾਰਾਂ ਦੀ ਤੇ ਗੱਲ ਹੀ ਕੀ, ਸਭ ਨੂੰ ਝੁਕਣਾ ਪਏਗਾ। ਤੇ ਬਾਕੀ ਰਹੀ ਗੱਲ ਜਿਹੜੀਆਂ ਜ਼ਮੀਨਾਂ ਨਾ, ਅੱਜ ਇਹ ਕਿਸਾਨਾਂ ਦੀਆਂ ਹੜੱਪਣਾ ਚਾਹੁੰਦੇ ਆ। ਇਤਿਹਾਸ ਪੜ੍ਹਿਓ, ਬਾਬਾ ਬੰਦਾ ਸਿੰਘ ਬਹਾਦਰ ਨੇ ਆਪਾਂ ਨੂੰ ਦਿੱਤੀਆਂ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਮਾਲਕ ਬਣਾਇਆ ਸੀ। ਉਦੋਂ ਪਹਿਲਾਂ ਵੀ ਰਾਜਿਆਂ ਕੋਲ ਹੀ ਸੀ ਇਹ ਸਭ। ਸਾਰੀਆਂ ਜ਼ਮੀਨਾਂ ਜਾਇਦਾਦਾਂ ਪਿੰਡਾਂ ਦੇ ਪਿੰਡ ਰਾਜਿਆਂ ਦੇ ਨਾਮ ਸੀ। ਤੇ ਆਪਾਂ ਤੇ ਇੱਕ ਜਿਵੇਂ ਠੇਕੇ ਤੇ ਲੈ ਕੇ ਇਦਾਂ ਪੈਲੀ ਕੀਤੀ, ਰਾਜਿਆਂ ਨੂੰ ਦੇ ਆਉਂਦੇ ਸੀ। ਥੋੜੀ ਬਹੁਤ ਆਪ ਰੱਖੀ, ਦੂਸਰੀ ਸਾਰੀ ਰਾਜਿਆਂ ਨੂੰ। ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਆਏ ਨੇ ਨਾ, ਉਹਨਾਂ ਨੇ ਰਾਜ ਕਾਇਮ ਕੀਤਾ ਤੇ ਫਿਰ ਉਹਨਾਂ ਨੇ ਆਪਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਕਦੇ ਇਤਿਹਾਸ ਪੜ੍ਹਿਆ ਕਰੋ ਵੀ ਬਾਬਾ ਬੰਦਾ ਸਿੰਘ ਬਹਾਦਰ ਕਿੱਡੇ ਯੋਧੇ, ਰਾਜ ਸਥਾਪਿਤ ਕੀਤਾ। ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਫੋਟੋ ਲਾ ਕੇ ਸਿੱਕਾ ਚਲਾਇਆ ਸੀ ਉਹਨਾਂ ਨੇ, ਖਾਲਸੇ ਰਾਜ ਦਾ। ਤੇ ਪਰ ਆਪਾਂ ਅੱਜ ਸਾਰੀ ਗੁਰਬਾਣੀ ਤੋਂ ਦੂਰ ਹੋ ਗਏ, ਸਿੱਖ ਇਤਿਹਾਸ ਤੋਂ ਦੂਰ ਹੋ ਗਏ, ਪਰੰਪਰਾਂ ਜਿਹੜੀਆਂ ਪੁਰਾਣੀਆਂ ਆਪਣੀਆਂ ਸੀਗੀਆਂ ਮਰਜ਼ਾਦਾ, ਉਹਨਾਂ ਤੋਂ ਦੂਰ ਹੋ ਗਏ। ਇਸੇ ਕਰਕੇ ਆ ਸਾਰਾ ਕੁਝ ਹੋ ਰਿਹਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਗਿਆਨ ਬਖਸ਼ਣ, ਸੰਗਤ ਕਰਦੇ ਰਹੀਏ ਸਤਿਪੁਰਖਾਂ ਦੀ, ਮਹਾਂਪੁਰਖਾਂ ਦੀ, ਨਾਮ ਦੇ ਰਸੀਆਂ ਦੀ ਧੋੜੀ ਬਣ ਕੇ ਰਹੀਏ। ਹੰਕਾਰ ਨਾ ਮਨ ਵਿੱਚ ਆਵੇ, ਤੇ ਜੇ ਹੰਕਾਰ ਆਇਆ ਬਸ ਡਰੀਏ ਕਰਤਾਰ ਤੋਂ, ਉੱਚੇ ਨਾ ਬੋਲ ਬੋਲੀਏ। ਇਹ ਨਾ ਸਮਝੀਏ ਵੀ ਆਪਾਂ ਉੱਚੇ ਬੋਲ ਬੋਲੇ ਤੇ ਮੂਹਰੇ ਵਾਲਾ ਚੁੱਪ ਕਰ ਗਿਆ, ਖਬਣੀ ਡਰ ਗਿਆ। ਨਹੀਂ, ਕਈ ਵਾਰ ਸਿਆਣਾ ਬੰਦਾ ਵੀ ਚੁੱਪ ਹੋ ਜਾਂਦਾ। ਇਸ ਕਰਕੇ ਨਿਮਰਤਾ ਦੇ ਨਾਲ ਰਹਿਣਾ ਸਿੱਖੀਏ। ਨਿਮਰਤਾ ਜ਼ਿੰਦਗੀ ਦਾ ਗਹਿਣਾ ਹੈ। ਸੋ ਆਓ ਇੱਕ ਧਾਰਨਾ, ਅਸੀਂ ਧੂੜੀ ਬਣ ਕੇ ਆਏ, ਸਾਨੂੰ ਧੂੜ ਬਣਾ ਲਓ ਚਰਨਾਂ ਦੀ। ਅਸੀਂ ਧੂੜੀ ਬਣ ਕੇ ਆਏ, ਸਾਨੂੰ ਧੂੜ ਬਣਾ ਲਓ ਚਰਨਾਂ ਦੀ, ਧੂੜ ਬਣਾ ਲਓ ਚਰਨਾਂ ਦੀ। ਅਸੀਂ ਧੂੜੀ ਬਣ ਕੇ ਆਏ, ਧੂੜ ਬਣਾ ਲਓ ਚਰਨਾਂ ਦੀ, ਧੂੜ ਬਣਾ ਲਓ ਚਰਨਾਂ। ਅਸੀਂ ਧੂੜੀ ਬਣ ਕੇ ਆਏ, ਧੂੜ ਬਣਾ ਲਓ ਚਰਨਾਂ ਦੀ, ਧੂੜ ਬਣਾ ਲਓ ਚਰਨਾਂ ਦੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 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 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਧੂੜੀ ਬਣ ਕੇ ਆਏ, ਅਸੀਂ ਧੂੜੀ ਬਣ ਕੇ ਆਏ, ਧੂੜ ਬਣਾ ਲਓ ਚਰਨਾਂ ਦੀ,
ਧੂੜੀ ਬਣ ਕੇ ਆਏ। ਸੱਚੇ ਪਾਤਸ਼ਾਹ ਜੀ ਮਿਹਰ ਕਰਿਓ, ਆਪ ਜੀ ਦੇ ਚਰਨਾਂ ਦੀ ਧੂੜੀ ਬਣ ਕੇ ਰਹੀਏ। ਆਪ ਜਿਤਨੀਆਂ ਵੀ ਸੰਗਤਾਂ ਪਹੁੰਚੇ ਹੋ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਬਾਬਾ ਤੇਜਾ ਸਿੰਘ ਜੀ, ਉਹਨਾਂ ਦੇ ਪਰਿਵਾਰ ਵੱਲੋਂ ਸਹਿਜ ਪਾਠ ਅੰਗੀਠਾ ਸਾਹਿਬ ਵਿਖੇ ਪ੍ਰਕਾਸ਼ ਸੀ, ਭੋਗ ਪਾਏ ਗਏ ਨੇ। ਦੂਸਰਾ ਸਹਿਜ ਪਾਠ ਦਰਬਾਰ ਸਾਹਿਬ ਦੇ ਵਿੱਚ ਭਾਈ ਆਤਮਾ ਸਿੰਘ ਜੀ, ਭਾਈ ਅਵਤਾਰ ਸਿੰਘ ਜੀ, ਸਮੁੱਚੇ ਪਰਿਵਾਰ ਵੱਲੋਂ ਘਰ ਦੀ ਸੁਖ ਸ਼ਾਂਤੀ ਲਈ ਸੋ ਪਾਠਾਂ ਦੇ ਭੋਗ ਪਾਏ ਗਏ ਨੇ। ਉਪਰੰਤ ਆਪਾਂ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ। ਦੋਹਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਮਹਾਰਾਜ ਜੀ ਮਿਹਰ ਕਰਨ, ਚੜ੍ਹਦੀ ਕਲਾ ਬਖਸ਼ ਕਰਨ, ਘਰ ਦੇ ਵਿੱਚ ਸੁਖ ਸ਼ਾਂਤੀਆਂ ਵਰਤਾਉਣ। ਪਰਿਵਾਰ ਵੱਲੋਂ, ਦੋਵਾਂ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਨੇ। ਮਹਾਰਾਜ ਜੀ ਮਿਹਰ ਕਰਨ, ਕਮਾਈਆਂ ਦੇ ਵਿੱਚ ਬਰਕਤਾਂ ਪਾਉਣ। ਆਓ ਆਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ। ਰਮਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਜਿਸੇ ਤੇ ਮਨ ਬਦੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰਿਆ, ਸ਼ਬਦ ਗਾਵਣ ਆਇਆ। ਸਭ ਤੋਂ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀ ਕਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਬਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚ ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਸੁੱਖਾਂ ਸਭ ਗਵਾਈਆਂ। ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ। ਸਦਾ ਕੁਰਬਾਨ ਕੀਤਾ ਗੁਰ ਭੇਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਤਰੁ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਬਾਜੇ, ਕਾਲਾ ਜਿਤ ਕਰ ਤਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਹਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਧਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਣਿਤ ਕਹਤੇ ਪਵਿੱਤ ਸਤ, ਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਸਾਜਿਆ ਨੇ ਅਦ ਤੂਰੇ ਸਲੋਕ। ਪਾਵਨ ਗੁਰੂ ਪਾਣੀ ਪਿਤਾ, ਮਾਤਾ ਦਰਤ ਮਹਾਤ। ਦਿਵਸ ਰਾਤ ਸਦਾਈ ਦਾਇਆ,
ਹਿਲੈ ਸਗਲ ਜਗਤ ਜਗਿਆਈਆਂ ਬਰਿਆਈਆਂ ਵਾਜੈ ਧਰਮ ਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੇ ਸੋਟੀ ਨਾਲ ਵਾਹਿਗੁਰੂ 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 आओ सारे जपो 2 मिनट बस जेड़े लेट आए हो हाजरी लवाइए महाराज जी करें वाहिगुरु 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 जिने नाम ते आया गए मसकत काल नानक ते मुख उजले नानक नाम चढ़दी कला तेरे पाने सरबत दा भला नानक नाम चढ़दी कला तेरे पाने
ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈ ਅਰਦਾਸ, ਪਿੰਡ ਸਭ ਤੇਰੀ ਤੂੰ ਮਾਤ ਪਿਤਾ, ਹਮ ਬਾਰਕ ਤੇਰੇ। ਕਿਰਪਾ ਮੈਂ ਸੁਖ ਕੋਏ ਨ ਜਾਣੇ, ਤੁਮਰਾ ਉੱਚੇ ਸੇਉ ਸਾਗਰ ਸਮਗਰੀ ਤੁਮਰੇ ਉਤਰ ਤਾਰੀ। ਤੁਮ ਸੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਨੀ ਨਾਨਕ ਦਾਸ ਸਦਾ ਕੁਰਬਾਨੀ। ਤੁਧ ਆਗੇ ਅਰ ਜੀ ਜੀਉ ਪਿੰਡ ਸਭ ਤੇਰਾ ਪਿਆਰਿਆ। ਕਹੋ ਨਾਨਕ ਸਭ ਕੋਈ ਨਾਉ ਨਾ ਜਾਣੇ, ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ 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 ਵਾਹਿਗੁਰੂ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੈ ਅਮਰਦਾਸ, ਰਾਮਦਾਸਾ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰੋ, ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਦ ਆਵੈ ਧਾਏ। ਸਭ ਥਾਈ ਹੋਣਾ ਜੀ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਭ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਸਕਿਆ, ਦੇ ਚਲਾਈ ਤੇਗ ਬਾਹੀ। ਦੇ ਸੁਣ ਕੇ ਅੰਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ। ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾ ਸਵਾਸਾ ਸੰਗ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਬੋਲਣਾ ਜੀ। ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲਣਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਵਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ। ਬਖਸ਼ੋ ਜੀ ਆਪ ਜੀਆਂ ਦੇ ਸਿੱਖਾ ਸੇਵਕਾਂ ਨੂੰ ਸਿੱਖੀ ਦਾਨ। ਕੇਸ ਦਾਨ ਰਹਿਤ ਦਾਨ ਬਿਸਾਹੋ ਦਾਨ, ਭਰੋਸਾ ਦਾਨ ਦਾਨਾ ਸਰਦਾਨ। ਨਾਮ ਦਾਨ ਸ੍ਰੀ ਅੰਮ੍ਰਿਤਸਰ ਦੇ ਇਸਨਾਨ ਚੌਂਕੀਆਂ ਝੰਡੇ। ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈ ਜੈਕਾਰ ਹੋਵੇ। ਖਾਲਸਾ ਜੀ ਬੋਲਣਾ ਜੀ। ਆਪ ਜੀਆਂ ਦੇ ਸਿੱਖਾਂ ਸੇਵਕਾਂ ਦਾ ਮਨ ਨੀਵਾ, ਮਤ ਉੱਚੀ ਮਤ ਪਤ ਦਾ ਰਾਖਾ। ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ, ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ।
ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੈਨ ਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਬ੍ਰਹਮ ਗਿਆਨੀ ਸੰਤ ਬਾਬਾ ਸਾਧੂ ਸਿੰਘ ਜੀ ਤਪ ਸਥਾਨ ਗੁਰਦੁਆਰਾ ਸੱਚਾ ਗੁਰੂਸਰ ਵਿਖੇ ਪੂਰਨਮਾਸੀ ਦੇ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਭਾਈ ਆਤਮਾ ਸਿੰਘ ਸਵਰਗ ਵਾਸੀ, ਭਾਈ ਅਵਤਾਰ ਸਿੰਘ ਤਥਾ ਸਮੂਹ ਪਰਿਵਾਰ ਵੱਲੋਂ ਘਰ ਦੀ ਸੁਖ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਦੀ ਸੇਵਾ ਲਈ ਗਏ ਸੀ। ਸਤਿਗੁਰੂ ਜੀ ਆਪ ਜੀਆਂ ਦੇ ਗ੍ਰੰਥੀ ਸਿੰਘਾਂ ਪਾਸੋਂ ਗੁਰਬਾਣੀ ਪੜ੍ਹ ਸੁਣ ਕੇ ਭੋਗ ਪਾਏ ਗਏ ਨੇ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਆਪ ਜੀਆਂ ਦੀ ਤਾਬਿਆਂ ਵਿੱਚ ਉੱਠਦਿਆਂ ਬਹਿੰਦਿਆਂ ਸੇਵਕ ਪਰਿਵਾਰ ਤੋਂ ਸੇਵਾ ਸਿਮਰਨ ਕਰਦਿਆਂ ਇੱਕ ਨੇ ਅਨੇਕਾਂ ਪ੍ਰਕਾਰ ਦੀਆਂ ਬੇਅੰਤ ਤਰੁੱਟਾਂ ਭੁੱਲਾ ਹੋ ਜਾਂਦੀਆਂ ਨੇ। ਆਪ ਜੀਆਂ ਨੇ ਬਖਸ਼ ਲੈਣਾ ਅੱਗੇ ਵਾਸਤੇ ਸੁਧ ਸਪਸ਼ਟ ਗੁਰਬਾਣੀ ਪੜ੍ਹਨ ਦਾ, ਸੇਵਾ ਸਿਮਰਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ, ਘਰ ਵਿੱਚ ਸੁਖ ਸ਼ਾਂਤੀ ਵਰਤਾਉਣੀ, ਚੜ੍ਹਦੀਆਂ ਕਲਾਂ ਬਲ ਉਦਮ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨਾ। ਅਗਲੀ ਅਰਦਾਸ ਬੇਨਤੀ ਭਾਈ ਤੇਜਾ ਸਿੰਘ ਇਹਨਾਂ ਦੀ ਧਰਮ ਪਤਨੀ ਮਾਤਾ ਰਣਜੀਤ ਕੌਰ ਘਰ ਦੀ ਸੁਖ ਸ਼ਾਂਤੀ ਵਾਸਤੇ, ਦੇਹ ਅਰੋਗਤਾ, ਚੜ੍ਹਦੀਆਂ ਕਲਾਂ ਵਾਸਤੇ ਸਤਿਗੁਰੂ ਜੀ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਸਨ। ਆਪ ਜੀਆਂ ਦੇ ਗ੍ਰੰਥੀ ਸਿੰਘਾਂ ਪਾਸੋਂ ਗੁਰਬਾਣੀ ਪੜ੍ਹ ਸੁਣ ਕੇ ਭੋਗ ਪਾਏ ਗਏ ਨੇ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਆਪ ਜੀਆਂ ਦੀ ਤਾਬਿਆਂ ਵਿੱਚ ਉੱਠਦਿਆਂ ਬਹਿੰਦਿਆਂ ਸੇਵਕ ਪਰਿਵਾਰ ਤੋਂ ਸੇਵਾ ਸਿਮਰਨ ਕਰਦਿਆਂ ਇੱਕ ਨੇ ਅਨੇਕਾਂ ਪ੍ਰਕਾਰ ਦੀਆਂ ਬੇਅੰਤ ਤਰੁੱਟਾਂ ਭੁੱਲਾ ਹੋ ਜਾਂਦੀਆਂ ਨੇ। ਆਪ ਜੀਆਂ ਨੇ ਬਖਸ਼ ਲੈਣਾ ਅੱਗੇ ਵਾਸਤੇ ਸੁਧ ਸਪਸ਼ਟ ਗੁਰਬਾਣੀ ਪੜ੍ਹਨ ਦਾ, ਸੇਵਾ ਸਿਮਰਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਅਗਲੀ ਅਰਦਾਸ ਬੇਨਤੀ ਮੋਹਨ ਲਾਲ ਦੇ ਸੁਪੁੱਤਰ ਭਾਈ ਸੁਦੇਸ਼ ਕੁਮਾਰ ਸਤਿਗੁਰੂ ਜੀ, ਭਾਈ ਸੁਦੇਸ਼ ਕੁਮਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸਰੀਰਕ ਤੰਦਰੁਸਤੀ ਬਖਸ਼ਿਸ਼ ਕਰਨੀ। ਅਗਲੀ ਅਰਦਾਸ ਬੇਨਤੀ ਭਾਈ ਸਰਬਜੀਤ ਸਿੰਘ ਇਹਨਾਂ ਦੇ ਪੁੱਤਰ ਭਾਈ ਗੁਰਸਾਨ ਸਿੰਘ ਸਤਿਗੁਰੂ ਜੀ ਪੜ੍ਹਾਈ ਵਾਸਤੇ ਆਪ ਜੀਆਂ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈ ਰਹੇ ਨੇ। ਭਾਈ ਗੁਰਸਾਨ ਸਿੰਘ ਨੂੰ ਵਿਦਿਆ ਦਾਨ ਬਖਸ਼ਿਸ਼ ਕਰਨਾ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਅਗਲੀ ਅਰਦਾਸ ਬੇਨਤੀ ਭਾਈ ਗੁਰਚਰਨ ਸਿੰਘ ਇਹਨਾਂ ਦੇ ਪੁੱਤਰ ਭਾਈ ਸਵਰਨ ਸਿੰਘ ਪਿੰਡ ਪਿੱਥੋ ਤੋਂ ਸਤਿਗੁਰੂ ਜੀ ਭਾਈ ਸਵਰਨ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸਰੀਰਕ ਤੰਦਰੁਸਤੀ ਬਖਸ਼ਿਸ਼ ਕਰਨੀ। ਅਗਲੀ ਅਰਦਾਸ ਬੇਨਤੀ ਭਾਈ ਬੂਟਾ ਸਿੰਘ ਨੰਬਰਦਾਰ ਢਾਬੇ ਦੀ ਚੜ੍ਹਦੀ ਕਲਾਂ ਵਾਸਤੇ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੁਦੜੀ ਕਰਵਾ ਰਹੇ ਨੇ। ਚੜ੍ਹਦੀਆਂ ਕਲਾ ਬਲ ਉਦਮ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ ਹੈ। ਕੀਰਤਨ ਕਰਦਿਆਂ ਸਤਿਗੁਰੂ ਜੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਜੀਆਂ ਨੇ ਬਖਸ਼ ਲੈਣਾ। ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਿਸ਼ ਕਰਨਾ। ਸੇਵਕ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਦਸਾਂ ਨੌਹਾਂ ਦੀਆਂ ਕਿਰਤ ਕਮਾਈਆਂ ਦੇ ਵਿੱਚੋਂ ਆਪ ਜੀਆਂ ਦੀ ਹਜ਼ੂਰੀ ਦੇ ਵਿੱਚ ਤਿਹਾਵ ਲਕੜਾ ਪ੍ਰਸਾਦੀ ਦੇ ਸਜਾ ਕੇ ਹਾਜ਼ਰ ਕੀਤੀ ਗਈ ਹੈ ਜੀ। ਸਮੁੰਦਰ ਹਾਜ਼ਰ ਹੈ, ਮਿੱਠਾ ਪ੍ਰਸਾਦ ਹਾਜ਼ਰ ਹੈ, ਫਲ ਹਾਜ਼ਰ ਹਨ। ਸਤਿਗੁਰੂ ਜੀ ਅਣਕ ਪ੍ਰਕਾਰ ਭੋਜਨ ਬਹੁ ਕੀਏ, ਵਹ ਵਿੰਜਨ ਮਿਸਟਾਏ, ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਲਗਿਆ ਭੂਸਿਤ ਪ੍ਰਸਾਦ। ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੇਵਕ ਪਰਿਵਾਰਾਂ ਵੱਲੋਂ ਆਪ ਜੀਆਂ ਨੂੰ ਸੁੰਦਰ ਮਾਲੇ ਪਹਿਨਾਏ ਗਏ ਨੇ। ਆਪ ਜੀ ਅੰਗੀਕਾਰ ਕਰੋ। ਸੇਵਕਾਂ ਦੇ ਪਰਦੇ ਲੋਕ ਪ੍ਰਲੋਕ ਵਿੱਚ ਖਜਨੇ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀਓ। ਇਲਾਹੀ ਦਰਗਾਹੀ ਹੁਕਮਨਾਮੇ ਸੰਗਤਾਂ ਨੂੰ ਬਖਸ਼ ਕੇ ਨਦਰੋ ਨਦਰੀ ਨਿਹਾਲੋ ਨਿਹਾਲ ਕਰਨਾ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋ ਚਾਹੈ। ਰਾਜ ਕਰੇਗਾ ਖਾਲਸਾ,
खुआर होए सा मिलेंगे। वाहिगुरु नाम जहाज है, जो सरदा कर सेवंदे। जो सरदा कर सेवंदे, बोले सो निहाल। सात श्री अकाल। सात श्री अकाल। सात श्री अकाल। बोले सो निहाल। वाहिगुरु जी का खालसा, वाहिगुरु जी की फतेह। सतनाम वाहिगुरु साहिब जियो। बिरथे कतै न होबे, जन की अरदास। नानक जोर गोबिंद का, पूरन गुणतास। हाँ दूरों आया चल के, मैं तकी तो सरनाए जियो। मैं आशा रखी चित में, मेरा सबो दुख गवाए जियो। वाहिगुरु साहिब जियो। सोरठ महला पंजवा। आगे सुख मेरे मीता, पाछे आनंद प्रभ कीता। आगे सुख मेरे मीता, पाछे आनंद प्रभ कीता। परमेश्वर बनत बनाए, फिर डोलत कतहु नाही। साचे साहिब स्यों मन मानिया,
ਹਰ ਸਰਬ ਨਿਰੰਤਰ ਜਾਣਿਆ ਰਹਾਉ। ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੈ ਪ੍ਰਤਪਾਲਾ। ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ। ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।